ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰਾ ਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਦਰਸ਼ਕੋ, ਇਸ ਸਮੇਂ ਬਹੁਤ ਹੀ ਇੱਕ ਜ਼ਰੂਰੀ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਹੀ ਗੰਭੀਰਤਾ ਦੇ ਨਾਲ ਸੋਚਣ ਵਾਲੇ ਦੋ ਵਿਅਕਤੀ ਮੌਜੂਦ ਨੇ, ਜਿਹੜੇ ਕਿ ਹਮੇਸ਼ਾ ਹੀ ਜਦੋਂ ਸਾਡੀ ਕੋਈ ਵੀ ਸਿੱਖ ਕੌਮ ਦੇ ਵਿੱਚ ਕੋਈ ਐਕਟੀਵਿਟੀ ਹੁੰਦੀ ਹੈ ਜਾਂ ਸਿੱਖ ਸਰਗਰਮੀਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਖੱਬੇ ਪਾਸੇ ਨੇ ਵੀਰ ਅਜਮੀਤ ਸਿੰਘ ਜੀ ਤੇ ਮੇਰੇ ਨਾਲ ਸੱਜੇ ਪਾਸੇ ਨੇ ਸਰਦਾਰ ਬਲਵਿੰਦਰ ਸਿੰਘ ਜੀ, ਜਿਹੜੇ ਸਮਾਜਿਕ ਕਾਰਕੁਨ ਨੇ ਤੇ ਆਰਟੀਆਈ ਐਕਟਿਵਿਸਟ ਨੇ। ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਧੰਨਵਾਦ ਹੈ ਤੁਹਾਡਾ, ਤੁਸੀਂ ਅੱਜ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜਾ ਸਮਾਂ ਕੱਢਿਆ। ਤੇ ਹੁਣ ਬਹੁਤ ਸਾਰੇ ਜਦੋਂ ਇੱਕਦਮ ਲਾਈਵ ਸ਼ੁਰੂ ਹੋਇਆ ਹੋਣਾ ਤਾਂ ਇਹਨਾਂ ਦੋਨਾਂ ਹੀ ਵੀਰਾਂ ਨੂੰ ਵੇਖ ਕੇ ਇਹ ਆਉਣ ਲੱਗਾ ਹੋਣਾ। ਮੇਰੇ ਨਾਲ ਜਿੱਦਾਂ ਅੰਕਲ ਜੀ ਹੋਣੀ ਨੇ ਸਰਦਾਰ ਬਲਵਿੰਦਰ ਸਿੰਘ ਜੀ ਤੇ ਵੀਰ ਅਜਮੀਤ ਸਿੰਘ ਜੀ, ਤੇ ਉਹਨਾਂ ਨੂੰ ਦੇਖ ਕੇ ਇਉਂ ਹੀ ਲੱਗਿਆ ਹੋਣਾ ਕਿ ਕਿਉਂਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜਿੱਦਾਂ ਐਲਾਨ ਹੋ ਚੁੱਕਿਆ, ਬਿਗੁਲ ਵੱਜ ਚੁੱਕਿਆ, ਤੇ ਇਹ ਚਿਹਰੇ ਤੁਸੀਂ ਆਮ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਵੇਖਦੇ ਰਹਿੰਦੇ ਹੋ ਔਰ ਸਿੱਖ ਮੁੱਦਿਆਂ ਨੂੰ ਚੁੱਕਦੇ ਵੀ ਰਹਿੰਦੇ ਨੇ ਪੁਰਜ਼ੋਰ ਆਵਾਜ਼ ਦੇ ਨਾਲ। ਤੇ ਇਸ ਸਮੇਂ ਲੋੜ ਹੈ ਸਾਡੀ ਉਹਨਾਂ ਹੀ ਚਿਹਰਿਆਂ ਨੂੰ ਸਾਹਮਣੇ ਆਉਣ ਦੀ, ਜਿਹੜੀ ਸਾਡੀ ਆਵਾਜ਼ ਨੂੰ ਜਿੱਥੋਂ ਤੱਕ ਪਹੁੰਚਣਾ ਚਾਹੀਦਾ ਉੱਥੋਂ ਤੱਕ ਪਹੁੰਚਾ ਸਕਣ। ਲੇਕਿਨ ਮੈਂ ਦੱਸਦੀ ਹਾਂ ਕਿ ਅੱਜ ਅਸੀਂ ਇਲੈਕਸ਼ਨ ਦੇ ਉੱਪਰ DGPC ਦੀ ਇਲੈਕਸ਼ਨ ਦੇ ਉੱਤੇ ਕੋਈ ਗੱਲ ਕਰਨ ਦੇ ਲਈ ਇਹਨਾਂ ਦੇ ਨਾਲ ਨਹੀਂ ਆਏ ਹਾਂ। ਗੱਲ ਕਰਨ ਦੇ ਲਈ ਵਿਸ਼ਾ ਸਾਡਾ ਕੁਝ ਹੋਰ ਹੈ। ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲਗਾਤਾਰ ਹੀ, ਜਿਵੇਂ ਮੈਂ ਸਵੇਰੇ ਵੀ ਗੱਲ ਕੀਤੀ ਸੀ ਕਿ ਪਹਿਲਾਂ ਤਾਂ ਪੰਜਾਬ ਦੇ ਐਗਜ਼ਾਮਸ ਦੇ ਵਿੱਚੋਂ PPSC ਦਾ ਜਿਹੜਾ ਐਗਜ਼ਾਮ ਹੁੰਦਾ ਉਹਦੇ ਵਿੱਚੋਂ ਪੰਜਾਬੀ ਭਾਸ਼ਾ ਦੇ ਵਿੱਚ ਉਹ ਪੇਪਰ ਲੈਣਾ ਬੰਦ ਕਰਤਾ। ਚਲੋ, ਇਸ ਦੇ ਉੱਤੇ ਵੀ ਗੰਭੀਰਤਾ ਦੇ ਨਾਲ ਸੋਚਣ ਦੀ ਜਿਹੜੀ ਗੱਲ ਸੀਗੀ। ਹੁਣ 400 ਤੋਂ ਵੱਧ ਜਿਹੜੇ VIP VVIP ਜਿਹੜੇ ਸਾਬਕਾ ਵਿਧਾਇਕ ਸਨ ਜਾਂ ਕੁਝ ਹੋਰ ਲੋਕ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ, ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲੇਗੀ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਕਾਊਂਟ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ। ਤਾਂ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦੇ ਨਾਲ। ਵੀਰ ਜੀ, ਇੱਕ ਗੰਭੀਰ ਵਿਸ਼ਾ ਹੈ ਨਾ ਕਿ ਹੁਣ ਕਿਉਂ ਲਗਾਤਾਰ ਸਾਡੀਆਂ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਦੀ ਸਿਕਿਉਰਿਟੀ ਵਾਪਸ ਲਈ। ਸਾਡੇ ਲਈ ਤਾਂ ਇਹੋ ਦਰਦ ਹੈ ਨਾ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਵਾਪਸ ਲਈ ਗਈ। ਵੀ ਜਥੇਦਾਰ ਜਦੋਂ ਕਿਤੇ ਸਾਨੂੰ ਪਤਾ ਸੀਗਾ ਇੱਕ ਕੌਮ ਦੀ ਸਿਰਮੌਰ ਸੰਸਥਾ ਹੈ ਸਾਡੀ ਉਹ, ਤੇ ਜਦੋਂ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਣਾ ਤਾਂ ਸਾਡੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਤਾਂ ਉਹਨਾਂ ਦੇ ਲਈ ਸਿਕਿਉਰਿਟੀ ਦੇ ਵਿੱਚ ਕਮੀ ਕਰਨਾ ਕਿਉਂ? ਹਰ ਇੱਕ ਨੂੰ ਪਤਾ ਵੀ, ਹਰ ਇੱਕ ਨੂੰ ਹੁੰਦਾ ਵੀ ਅਸੀਂ ਸ਼ਾਨ ਦੇ ਨਾਲ ਚੱਲੀਏ ਔਰ ਸਿੱਖ ਕੌਮ ਹਮੇਸ਼ਾ ਸ਼ਾਨ ਦੇ ਨਾਲ ਜਿਹੜੀ ਚੱਲੀ ਹੈ। ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕੀ ਦੇਖਦੇ ਹੋ ਕਿ ਇਸ ਦੇ ਨਾਲ ਕੀ ਪ੍ਰਭਾਵ ਪਵੇਗਾ ਤੇ ਅਜਿਹਾ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ? ਰਮਨ ਜੀ, ਤੁਸੀਂ ਮੁੱਦਾ ਚੜ ਲਿਆ। ਸੱਚਮੁੱਚ ਜੀ ਅੱਜ ਦੇ ਦਿਨ ਦੇ ਵਿੱਚ ਇਹ ਬੜਾ ਗੰਭੀਰ ਮੁੱਦਾ ਹੈ ਜੀ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਸਿਰਫ ਹਰਪ੍ਰੀਤ ਸਿੰਘ ਜੀ ਨਹੀਂ ਹਨ, ਸਿੱਖ ਕੌਮ ਦੀ ਸਿਰਮੌਰ ਸੰਸਥਾ ਉਹਦੇ ਰਹਿਬਰ ਹਨ। ਹਾਂਜੀ, ਤੋਰੇ ਖਾਲੀ ਜੰਮੂ ਕਸ਼ਮੀਰ ਦੇ ਜਾਂ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਵਿੱਚ ਵਸ ਰਹੇ ਸਿੱਖਾਂ ਦੇ ਨੁਮਾਇੰਦੇ ਜਾਂ ਸਿੱਖਾਂ ਦੀ ਸਿਰਮੌਰ ਸੰਸਥਾ ਨਹੀਂ ਹੈ। ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਸਿੰਘ ਰਹਿੰਦਾ ਹੈ ਉਹ ਉਹਨਾਂ ਦੀ ਸਿਰਮੌਰ ਸੰਸਥਾ ਇਹਨੂੰ ਮੰਨਦਾ ਹੈ। ਅਕਾਲ ਤਖਤ ਨਾਲ ਜੁੜੇ ਹਨ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਉੱਪਰ ਜਦੋਂ ਕੋਈ ਗੱਲ ਆਉਂਦੀ ਹੈ ਤੇ ਸ਼ਾਇਦ ਸਾਡੀਆਂ ਧਾਰਮਿਕ ਭਾਵਨਾਵਾਂ ਉਹਦੇ ਨਾਲ ਜੁੜੀਆਂ ਹਨ। ਕੋਈ ਵੀ ਸਿੱਖ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ। ਹਾਂ, ਕਈ ਵਾਰੀ ਸਾਨੂੰ ਵੀ ਜਥੇਦਾਰ ਸਾਹਿਬ ਦੇ ਕਿਸੇ ਡਿਸੀਜਨ ਦੇ ਉੱਪਰ, ਕਿਸੇ ਉਹਨਾਂ ਦੀ ਜਜਮੈਂਟ ਦੇ ਉੱਪਰ, ਕਿਸੇ ਸਟੇਟਮੈਂਟ ਦੇ ਉੱਪਰ ਕੁਝ ਸਾਨੂੰ ਡਿਫੈਂਸਿਸ ਹੋ ਸਕਦੇ ਹਨ, ਲੇਕਿਨ ਅਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਸਿੱਖ ਇਹ ਨਹੀਂ ਸੋਚ ਸਕਦਾ ਕਿ ਅਸੀਂ ਇਹਨਾਂ ਦੇ ਬਾਰੇ ਕੋਈ ਐਸੀ ਅਪਸ਼ਬਦ ਸਵਾਲ ਕਰੀਏ ਕਿ ਜਿੱਥੇ ਇਹਨਾਂ ਦੀ ਮਹਾਨਤਾ ਘੱਟ ਹੋਵੇ, ਅਕਾਲ ਤਖਤ ਦੀ ਮਹਾਨਤਾ ਘੱਟ ਹੋਵੇ। ਨਹੀਂ, ਸਾਡੀ ਸਿਰਮੌਰ ਸੰਸਥਾ ਹੈ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਅਕਾਲ ਤਖਤ ਦੀ ਸਰਵੋੱਚਤਾ ਨੂੰ ਕਾਇਮ ਰੱਖੀਏ, ਕਿਉਂਕਿ ਕਈ ਵਾਰੀ ਸਰਕਾਰਾਂ ਨੂੰ ਇਹਦੀ ਸਰਵੋੱਚਤਾ ਬਰਦਾਸ਼ਤ ਨਹੀਂ ਹੁੰਦੀ। ਸਮੇਂ ਦੀਆਂ ਜਦੋਂ ਇਹ ਸਮੇਂ ਦੀਆਂ ਹੁਕੂਮਤਾਂ ਆਈਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖ ਇਹਦੇ ਨਾਲ ਜੁੜੇ ਹਨ। ਸਿੱਖਾਂ ਦਾ ਇਹ ਧੁਰਾ ਹੈ, ਸਿੱਖਾਂ ਨੂੰ ਤਕਲੀਫ ਹੁੰਦੀ ਹੈ, ਇਹਨੂੰ ਅਗਰ ਛੇੜ ਲਾਈਏ ਤਾਂ ਸਿੱਖਾਂ ਨੂੰ ਤਕਲੀਫ ਹੁੰਦੀ ਹੈ, ਕਿਉਂਕਿ ਸਿੱਖ ਇਹਨਾਂ ਦੀ ਕਿਸੇ ਵੀ ਉੱਪਰ ਟੀਕਾ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਦੇ। ਸੋ ਇਹਨਾਂ ਨੇ ਛੇੜਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਸਰਕਾਰਾਂ ਵੀ ਇਹ ਕੋਸ਼ਿਸ਼ ਕਰਦੀਆਂ ਨੇ, ਕਿਉਂਕਿ ਇੱਥੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੀ ਪ੍ਰੈਜ਼ੀਡੈਂਟ ਇੰਡੀਆ ਵੀ ਸਾਡੇ ਗਿਆਨੀ ਜ਼ੈਲ ਸਿੰਘ ਜੀ ਨੂੰ ਇੱਥੇ ਸਜ਼ਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਜਿਸ ਟਾਈਮ ਸੀ ਉਹਨੂੰ ਵੀ ਇੱਥੇ ਸਜ਼ਾ ਦੇ ਕੇ ਕੋੜੇ ਮਾਰੇ ਗਏ ਔਰ ਉਹਨਾਂ ਨੇ ਚੁੱਕ ਕੇ ਸਜ਼ਾ ਕਬੂਲ ਕੀਤੀ, ਕਿਉਂਕਿ ਇਹਦੇ ਅੱਗੇ ਕੋਈ ਨਾਮੁਕਰ ਨਹੀਂ ਹੋ ਸਕਦਾ। ਸੋ ਸਰਕਾਰ ਵੀ ਕਈ ਵਾਰੀ ਚਾਹੁੰਦੀ ਹੈ, ਹਰ ਵਾਰੀ ਪਾਰਟੀਆਂ ਨੇ ਕੋਸ਼ਿਸ਼ ਕੀਤੀ। ਤਾਂ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਅਸੀਂ
ਬੇਸ਼ੱਕ ਜਥੇਦਾਰ ਸਾਹਿਬ ਨਾਲ ਕੋਈ ਡਿਫਰੈਂਸਿਸ ਹੋ ਸਕਦੇ ਹਨ, ਕਦੇ ਵੀ ਪਬਲਿਕ ਡੋਮੇਨ ਦੇ ਵਿੱਚ ਓਪੀਨੀਅਨ 'ਚ ਆ ਕੇ ਅਸੀਂ ਇਹਨਾਂ ਚੀਜ਼ਾਂ ਦਾ ਕੋਈ ਐਸੀ ਗੱਲ ਨਾ ਕਰੀਏ ਕਿ ਸਾਡੀ ਸਿਰਮੌਰ ਸੰਸਥਾ ਨੂੰ ਘੁਟਾ ਲਗੇ। ਹੁਣ ਗੱਲ ਕਰੀਏ ਸਿਕਿਉਰਿਟੀ ਦੀ, ਐਜ਼ ਅ ਸੋਸ਼ਲ ਐਕਟਿਵਿਸਟ ਮੈਂ ਵੀ ਕਹਿੰਦਾ ਕਿ ਸਰਕਾਰ ਦੇ ਖਰਚੇ ਘੱਟ ਕਰਨ ਲਈ ਜਿਹੜੇ ਸਟੇਟਸ ਸਿੰਬਲ ਦੇ ਲਈ ਸਿਕਿਉਰਟੀਆਂ ਲੈ ਲੈਂਦੇ ਹਨ, ਖਾਸ ਕਰਕੇ ਸਾਡੇ ਪੋਲੀਟੀਸ਼ੀਅਨ, ਉਹ ਪੋਲੀਟੀਸ਼ੀਅਨ ਜਿਨ੍ਹਾਂ ਨੂੰ ਸ਼ਾਇਦ 4 ਬੰਦੇ ਵੀ ਉਹਨਾਂ ਦੇ ਫਾਲੋਅਰ ਨਾ ਹੋਣ, ਉਹਨਾਂ ਨੂੰ ਸਿਕਿਉਰਟੀਆਂ ਦੇ ਦਿੱਤੀਆਂ ਜਾਂਦੀਆਂ ਹਨ, ਉਹ ਲੈ ਲੈਂਦੇ ਹਨ ਕਿਉਂਕਿ ਸਟੇਟਸ ਸਿੰਬਲ ਹੈ। ਲੇਕਿਨ ਸਾਡੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲ ਸਿਕਿਉਰਿਟੀ ਸਟੇਟਸ ਸਿੰਬਲ ਦੇ ਤੌਰ ਤੇ ਨਹੀਂ ਸੀ। ਇਹਨਾਂ ਨੂੰ ਅਗਰ ਸਿਕਿਉਰਿਟੀ ਸੀ, ਵਾਕਈ ਐਸੀ ਜਥੇਬੰਦੀ ਜਿੱਥੇ ਜਾਂਦੇ ਹਨ ਇਹਨਾਂ ਨੂੰ ਬੜੀ ਭੀੜ ਇਕੱਠੀ ਹੋ ਜਾਂਦੀ ਹੈ, ਲੋਕ ਇਕੱਠੇ ਹੋ ਜਾਂਦੇ ਹਨ, ਇਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਸੀ। ਔਰ ਇੱਕ ਦੁੱਖ ਰਮਜੀ ਮੈਨੂੰ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਆਇਆ, ਉਹ ਕਾਬਲੇ ਬਰਦਾਸ਼ਤ ਨਹੀਂ ਹੈ ਕਿ ਇਹਨਾਂ ਨੇ ਜੋ ਲਿਸਟ ਤਿਆਰ ਕੀਤੀ, ਇਹਨਾਂ ਨੇ ਕਮ ਸੇ ਕਮ 400 ਜਾਂ 500 ਬੰਦੇ ਦੀ ਲਿਸਟ ਤਿਆਰ ਕੀਤੀ। ਉਸ ਲਿਸਟ ਦੇ ਵਿੱਚ ਐਸੇ ਲੋਕ ਹਨ, ਕਈ ਬੜੇ ਲੱਛਰ ਗਾਇਕਾਰ ਜਿਹੜੇ ਸਾਡੇ, ਜਿਹਨੂੰ ਅਸੀਂ ਪਸੰਦ ਨਹੀਂ ਕਰਦੇ, ਬੜੇ ਲੱਛਰ ਗੀਤ ਗਾਉਂਦੇ ਹਨ, ਸਾਡੀ ਬਸ ਸਮਾਜ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਪੰਜਾਬੀ ਨੂੰ ਡੀਗ੍ਰੇਡ ਕਰਦੇ ਹਨ। ਉਹ ਜਿਹੜੇ ਲੱਛਰ ਗੀਤਕਾਰਾਂ ਦੀ ਲਿਸਟ ਸੀ, ਉਹਦੇ ਵਿੱਚ ਪੋਲੀਟੀਸ਼ੀਅਨ ਦੀ ਲਿਸਟ ਸੀ, ਉਹ ਸਾਬਕਾ ਪੋਲੀਟੀਸ਼ੀਅਨ ਉਹਨਾਂ ਲਿਸਟ ਦੇ ਵਿੱਚ ਤੁਸੀਂ ਜਥੇਦਾਰ ਸਾਹਿਬ ਦਾ ਨਾਮ ਕਿਸ ਤਰ੍ਹਾਂ ਪਾ ਲਿਆ? ਤੁਸੀਂ ਉਹਨਾਂ ਦੇ ਬਰਾਬਰ ਤੇ ਲਿਆ ਕੇ ਕਿੱਥੇ ਖੜਾ ਕਰ ਛੜਿਆ? ਜਥੇਦਾਰ ਸਾਹਿਬ ਸਾਡੇ ਬੇਸ਼ੱਕ ਧਾਰਮਿਕ ਰਹਿਨੁਮਾ ਰਹੇ ਹਨ, ਸਾਡੇ ਬਾਦਲ ਸਾਹਿਬ, ਲੇਕਿਨ ਇਹਨਾਂ ਦੀ ਜੋ ਪੋਜੀਸ਼ਨ ਹੈ ਇਹ ਧਰਮ ਤੋਂ ਬੜੇ ਉੱਪਰ, ਇਹ ਧਰਮ ਜੋ ਹੈ ਇਹ ਸਿਆਸਤ ਤੋਂ ਬੜਾ ਉੱਪਰ ਹੈ। ਅਸੀਂ ਇਹਨਾਂ ਦੀ ਜੋ ਇਹਨਾਂ ਦੀ ਮਾਨਤਾ ਹੈ ਉਹ ਸਾਡੇ ਅੱਗੇ ਬਾਦਲ ਸਾਹਿਬ ਦੀ, ਅਕਾਲੀ ਦਲ ਦੀ ਜਾਂ ਕਿਸੇ ਹੋਰ ਦੀ ਨਹੀਂ ਹੋ ਸਕਦੀ। ਜੋ ਸਾਡੇ ਕੋਲ ਇਹਨਾਂ ਦੀ ਮਾਨਤਾ, ਇਹਨਾਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਲਿਆ ਕੇ ਖੜਾ ਕਰਨਾ, ਇਹ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਤੁਸੀਂ ਉਸ 400 ਬੰਦਿਆਂ ਦੀ ਲਿਸਟ ਦੇ ਵਿੱਚ ਜਿੱਥੇ ਆਮ ਛੋਟੇ ਲੋਕਾਂ ਦੇ ਤੁਸੀਂ ਨਾ ਪਾਏ, ਉਹ ਪੰਜਾਬ ਦੇ ਵਿੱਚ ਐਸੀਆਂ ਜਥੇਬੰਦੀਆਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਦੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਮਾਹੌਲ ਖਰਾਬ ਕਰਨਾ। ਐਸੇ ਨੇਤਾ, ਕਈ ਮੈਂ ਨਾਂ ਨਹੀਂ ਲਵਾਂਗਾ ਕਿਸ ਜਥੇਬੰਦੀ ਦੇ ਹਨ, ਐਸੇ ਨੇਤਾ ਜਿਹੜੇ ਫਿਰਕੂ ਭਾਸ਼ਣ ਦੇ ਕੇ ਕਮਿਊਨਲ ਟੈਂਸ਼ਨ ਕ੍ਰੀਏਟ ਕਰਦੇ ਹਨ, ਉਹਨਾਂ ਦੀ ਸਿਕਿਉਰਿਟੀਆਂ ਤੁਸੀਂ 40 ਜਿਹੜੇ ਬੰਦੇ 50 ਬੰਦੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੈ, ਵਾਪਸ ਲੈਣੀ ਚਾਹੀਦੀ ਹੈ। ਲੇਕਿਨ ਤੁਸੀਂ ਉਹਨਾਂ ਦਾ ਕੰਪੈਰੀਜ਼ਨ ਜਥੇਦਾਰ ਸਾਹਿਬ ਨਾਲ ਹਰਗਿਜ਼ ਨਹੀਂ ਕਰ ਸਕਦੇ। ਇਹਨਾਂ ਦਾ ਕੰਪੈਰੀਜ਼ਨ ਕਿਸੇ ਵੀ ਧਾਰਮਿਕ, ਕਿਸੇ ਵੀ ਸਾਡੀ ਰਿਲੀਜੀਅਸ ਪੋਲੀਟੀਕਲ ਸੰਸਥਾ ਦੇ ਨਾਲ ਨਹੀਂ ਹੋ ਸਕਦਾ। ਇਹ ਸਰਵੋੱਚ ਸੰਸਥਾ ਹੈ ਸਾਡੇ ਲਈ। ਸੋ ਇਹ ਤੁਸੀਂ ਕਰਕੇ, ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ, ਸ਼ਾਇਦ ਕਈ ਗੱਲਾਂ ਦਾ ਮੈਂ ਵੀ ਤੁਹਾਡਾ ਕਾਇਲ ਸਾਂ, ਲੇਕਿਨ ਤੁਹਾਡੀ ਕਹਿਣੀ ਔਰ ਕਥਨੀ 'ਚ ਬਹੁਤ ਵੱਡਾ ਫਰਕ ਹੈ। ਤੁਸੀਂ ਆਂਦੇ ਹੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਪੰਜਾਬੀ ਦੇ ਨਾਲ ਧੱਕਾ ਕੀਤਾ ਸੀ ਕਿ ਤੁਸੀਂ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਲੋਕ ਨਹੀਂ ਭੇਜੇ, ਤੁਸੀਂ ਬਾਹਰ ਦੇ ਸਟੇਟਾਂ ਦੇ ਬੰਦੇ ਤੁਸੀਂ ਪੰਜਾਬ ਦੇ ਕੋਟੇ 'ਚ ਬਾਹਰ ਭੇਜੇ, ਪੰਜਾਬੀ ਨਾਲ ਧੱਕਾ ਕੀਤਾ। ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਪੰਜਾਬੀ ਦੀ ਗੱਲ ਕਰੀਏ ਤਾਂ ਤੁਸੀਂ ਪੰਜਾਬ ਦੇ ਵਿੱਚੋਂ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਪੰਜਾਬੀ ਦੇ ਉਸ ਸਬਜੈਕਟ ਨੂੰ ਖਤਮ ਕੀਤਾ। ਤੁਸੀਂ ਕਿੱਥੋਂ ਫਿਰ ਸਿੱਖਾਂ ਦੇ, ਅਸੀਂ ਕਹਿ ਦਈਏ ਤੁਸੀਂ ਸਿੱਖਾਂ ਦੇ ਸੱਕੇ ਹੋ ਗਏ। ਅੱਜ ਆਪੋਜੀਸ਼ਨ ਵਾਲੇ ਸਾਡੇ ਸਿਰਸਾ ਸਾਹਿਬ ਵੀ ਇਹ ਗੱਲ ਕਰਦੇ ਹਨ, ਇਹ ਗੱਲ ਉਹਨਾਂ ਨੇ ਵੀ ਚੁੱਕੀ, ਭਾਈ ਪੰਜਾਬ 'ਚ ਇਹ ਗੱਲ ਕੀਤੀ ਹੈ। ਤਾਂ ਮੈਂ ਸਿਰਸਾ ਸਾਹਿਬ ਨੂੰ ਨਾਲ ਜੁੜਦੀ ਗੱਲ ਕਹਿ ਦਿੰਦਾ, ਸਿਰਸਾ ਸਾਹਿਬ ਮੈਂ ਵੀ ਤੁਹਾਡਾ ਬੜਾ ਕਾਇਲ ਹਾਂ, ਤੁਸੀਂ ਬੇਬਾਕੀ ਦੇ ਨਾਲ ਬੜੀਆਂ ਗੱਲਾਂ ਕਰਦੇ ਹੋ, ਲੇਕਿਨ ਉਹ ਗੱਲਾਂ ਤੁਹਾਡੀਆਂ ਜਿਸ ਬੇਬਾਕੀ ਦੇ ਨਾਲ ਪਹਿਲੇ ਹੁੰਦੀਆਂ ਸਨ, ਹੁਣ ਉਸ ਬੇਬਾਕੀ ਦੇ ਨਾਲ ਨਹੀਂ ਕਰ ਸਕਦੇ। 2 ਦਿਨ ਪਹਿਲੇ ਤੁਹਾਡਾ ਮੈਂ ਇੱਕ ਵੀਡੀਓ ਦੇਖਿਆ ਜਿੱਥੇ ਤੁਸੀਂ ਇਹ ਗੱਲ ਕਹੀ ਭਾਈ ਆਮ ਆਦਮੀ ਪਾਰਟੀ ਨੇ ਖਤਮ ਕੀਤੀ। ਸਿਰਸਾ ਸਾਹਿਬ, ਜੰਮੂ ਕਸ਼ਮੀਰ ਦੇ ਤੁਹਾਡੀ ਸਿਆਸਤ ਦੇ ਐਲਜੀ ਸਾਹਿਬ ਹਨ, ਇੱਥੇ ਵੀ 2000 JKUT ਆਫੀਸ਼ੀਅਲ ਬਿੱਲ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਿਆ ਗਿਆ। शख्स ਨੂੰ ਮਾਫ ਨਹੀਂ ਕਰੇਗੀ। ਪਰ ਤੁਸੀਂ ਕਿਸ ਤਰ੍ਹਾਂ ਸਿੱਖਾਂ ਦੇ ਹਮਾਇਤੀ ਹੋਗੇ, ਤੁਸੀਂ ਕਿਸ ਤਰ੍ਹਾਂ ਸਿੱਖਾਂ ਦੇ ਹਿਤੈਸ਼ੀ ਹੋਗੇ, ਤੁਸੀਂ ਕਿਸ ਤਰ੍ਹਾਂ ਪੰਜਾਬੀਆਂ ਦੇ ਹਿਤੈਸ਼ੀ ਹੋਗੇ ਜੇ ਤੁਸੀਂ ਅਕਾਲ ਤਖਤ ਦੀ ਸਰਵੋੱਚ ਸੰਸਥਾ ਨੂੰ ਉਹਨਾਂ 400 ਬੰਦਿਆਂ ਨਾਲ ਜੋੜ ਦਿੱਤਾ ਜੋ ਕਾਬਲੇ ਬਰਦਾਸ਼ਤ ਨਹੀਂ ਹੈ। ਜਦ ਤੱਕ ਤੁਸੀਂ ਮਾਨ ਸਾਹਿਬ, ਜਦ ਤੱਕ ਤੁਸੀਂ ਉਹ ਕੇਜਰੀਵਾਲ ਸਾਹਿਬ ਨੂੰ ਕਹਾਂ ਅੱਜ ਤੁਸੀਂ ਜੰਮੂ ਦੇ ਵੀ ਆਪਣੇ ਪਿਆਰ ਪਸੰਦ ਦੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਤੁਹਾਡੇ ਕਾਇਲ ਵੀ ਸਾਂ, ਚਾਹੁੰਦੇ ਵੀ ਸਾਂ ਤੁਸੀਂ ਆਓ, ਲੇਕਿਨ ਅਗਰ ਐਸਾ ਕਰੋਗੇ ਸਾਡੀ ਸਿੱਖ ਕੌਮ ਦੇ ਨਾਲ ਤਾਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ, ਤੁਹਾਨੂੰ ਪਿਆਰ ਨਹੀਂ ਪਸਰਨ ਦੇਵਾਂਗੇ। ਸਿੱਖ ਕੌਮ ਦੇ ਨਾਲ ਇੱਕ ਟੱਕਰ ਲੈ ਕੇ, ਸਾਡੀ ਸਰਵੋੱਚ ਸੰਸਥਾ ਨਾਲ ਟੱਕਰ ਲੈ ਕੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ, ਅਸੀਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਬਿਲਕੁਲ, ਕਿਉਂਕਿ ਵੀਰ ਜੀ ਜਿਵੇਂ ਸ਼ੁਰੂ ਦੇ ਵਿੱਚ ਤੁਸੀਂ ਵੀ ਬਹੁਤ ਸੋਹਣੀ ਇਹ ਗੱਲ ਕਹੀ ਹੈ, ਜਿਵੇਂ ਸ਼ੁਰੂ ਦੇ ਵਿੱਚ ਮੈਂ ਵੀ ਇਹ ਗੱਲ ਕਹੀ ਸੀਗੀ ਕਿ
ਤੁਸੀਂ ਕਿਸੇ ਪੋਲੀਟੀਕਲ ਪਰਸਨ ਦੀ ਸਿਕਿਉਰਿਟੀ ਵਾਪਸ ਲੈ ਰਹੇ ਹੋ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਾਦਲ ਸਾਹਿਬ ਦੀ ਲਾ ਲਓ, ਅਮਰਿੰਦਰ ਸਿੰਘ ਦੀ ਲਾ ਲਓ, ਜਿੱਦੀ ਮਰਜ਼ੀ ਲਾ, ਸਿੱਧੂ ਦੀ ਲਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਆ, ਕਿਉਂਕਿ ਪੋਲੀਟੀਸ਼ੀਅਨਾਂ ਨੂੰ ਇੱਕ ਝੂਠੀ ਸਿਕਿਉਰਿਟੀ ਚਾਹੀਦੀ ਹੁੰਦੀ ਹੈ। ਸਟੇਟਸ ਸਿੰਬਲ, ਕਿਸੇ ਦੇ ਸ਼ਾਦੀ ਜਾਣਾ ਦੱਸਣਾ ਮੇਰਾ 50 ਗਨਮੈਨ, ਇਹ ਇਹਨਾਂ ਦਾ ਸਟੇਟਸ ਉਹ ਨਹੀਂ ਹੈ, ਇਹਨਾਂ ਦਾ ਸਟੇਟਸ ਸੁਪਰੀਮ ਹੈ। ਇਹ ਕਿਸੇ ਵੀ ਪੋਲੀਟੀਸ਼ੀਅਨ ਤੋਂ ਬਹੁਤ ਉੱਚੇ ਹਨ। तो इन्होंने स्टेटस जो है वो साढ़े को बर्दाश्त, इन्होंने अगर कोई ऐसा धरोह करेगा, इन्होंने अगर डिग्रेड करने की कोशिश करेगा, कोई भी सिख कौम का कोई भी बच्चा, कोई भी बशर सिख कौम का जो गुरु नानक लेवल सिख दुनिया के किसी भी कोने च उन्हें रिजल्टमेंट शो की है। आने वाले दिनों जी आप जब तक माफ़ी नहीं मंगेगा, भगवंत मान माफ़ी नहीं मंगेगा, केजरीवाल माफ़ी नहीं मंगेगा, सिख कौम ने बर्दाश्त नहीं करना चाहिए, इन्हें माफ़ नहीं करना चाहिए। बिल्कुल, बहुत बहुत धन्यवाद वीर जी। क्योंकि देखो जिस तरह के नाल वीर जी होना ने भी कहा है कि इस दे नाल जड़ियां साडियां, और इत्थे बड़ी जरूरी ये गल बनदी है कि बहुत जरूरी है हुण इकट्ठे होके आवाज़ चुको। ठीक है, जथेदार साहब दी किसी गल दे नाल थोड़ी सहमति नहीं हुंदी होवेगी, मेरी भी कई बारी सहमति नहीं हुंदी होवेगी, वीर जी होना दी भी नहीं सहमति हुंदी होवेगी। विचारां ते आपां गल कर सकदे हां कि किसी टाइम साडे विचार नहीं मिले, लेकिन कोई बाहरों आके किसी दे बारे दे कह सकते हैं ओदे जेड़े निशानियां दे उत्ते साडी सिख कौम दी भावनावां होण ते पंजाब वर्गी धरती दे उत्ते ये चीज़ नूं बर्दाश्त कर लिया जावे। हुण जिस तरह दे नाल भगवंत मान दे वल्लों सीएम ऑफ पंजाब ने जेड़े उन्हां दे वल्लों ये गल कही गई है कि चलो कि जेड़ी सिक्योरिटी दे विच 400 तो वध जेड़े लोग ने उन्हां दे विच साडी सिरमौर संस्था दे जथेदार, जदों उन्हां नूं टैग ही लग गया होया वा जथेदार साहब दा, तो फिर पिछे की रह गया। ठीक है, अज ज्ञानी हरप्रीत सिंह नहीं होणगे, कल नूं होर कोई जथेदार होणगे, साडे लई तां उहिओ जथेदार है ना, साडी अकाल तख्त साहिब दा उहिओ जथेदार ने। ते लेकिन इहो जिहियां जिहड़ियां पंजाब दे अंदर, पंजाब तो मैं ये उम्मीद नहीं रख सकती सी। जी वीर जी, जिस तरह दे नाल गल कीती जावे, हथियारां दी गल आई सीगी है ना कि हर एक सिख नूं हथियार रखना चाहिए, पर उन्होंने ये तो नहीं गल कहती सी कि हथियार अकाल तख्त तो वंडन लगे हैं असीं कि तुसीं हथियार लै जाओ, ऐसी तो कोई गल नहीं कही सी। ये गल होई सी, हाँ उन्होंने नाल कहा सी कि बच्चा अपना जिहड़ा गतका ने वो भी सीखण। ठीक है, वो भी उन्होंने नाल एक सुनेहा दिता। हथियार तो हुण देने ना देने वो तो किहनूं देने किहनूं नहीं देने वो तो सरकार दे हत्थ दे विच सी ना। अकाल तख्त साहिब दे वल्लों तो हथियार नहीं ना दिते जा रहे सन। जी मैं बड़ा हैरान हुंदा हां, एक सिख दे मूँह चों जिले कोई गल निकलदी है ना, हिंदुस्तान दे बाकी किसी भी कौम दे किसी भी बंदे दे मूँह चों कोई गल निकले उसनूं किसी होर तरीके लिया जाता है, सिख दे मूँह चों कोई गल निकलदी है उन्होंने किसी होर तरीके नाल फैलाया जाता है। भाई जथेदार साहब ने कदों किया भाई कोई सिख कोई इलीगल हथियार रख लवे, उन्हें कदों किया कोई अपने को तुसीं कलशकोप लै लो, उन्होंने कहा जो लीगली गवर्नमेंट ऑफ इंडिया होम मिनिस्ट्री जो हर डिस्ट्रिक्ट हर स्टेट के जो लाइसेंस इशू करती है, उन्होंने कहा लाइसेंसी वैपन रखो, क्योंकि 84 के साढ़े कोल वैपन नहीं सी। अज किसी की सुरक्षा की गारंटी लोग तो कहते हैं जिस आर्मी है पुलिस है, 84 विच पुलिस सी, 84 विच आर्मी सी, लेकिन आर्मी किसने इस साल टाइम ते लियांदी नहीं लियांदी। 3-4 दिन मौत का नंगा अनाज दिल्ली दे विच आउंदा रहा, आर्मी सी पुलिस सी, कोई नहीं आया। इवन थाने दे विच जिहड़े लोग अपनी सिक्योरिटी ले गए, थाने वाले नाल होके उत्थे उन्होंने सिखां नूं गोली मराईयां। सो अगर जथेदार ने कही ये नहीं किया पर तुसीं हथियारां दी नुमाइश करो, तुसीं हथियार लैके सड़कां 'च घूमो, लोगों को मारना शुरू कर दो, उन्होंने कहा हालात नूं देखो, हालात की नजाकत नूं समझो। अगर हथियार अपने अपने डीसी कोल जाओ, अगर लाइसेंस लैके ते हथियार रख सकते हो, सरकार ने इजाजत दी दी है ना, लाइसेंसां दा प्रोविजन है, तुसीं लाइसेंस लैके और जिल्ले लाइसेंस दिता जाता है पुलिस वेरीफिकेशन करती है। अज असीं दिखते हैं क्रिमिनल लोगों को जिन्हें 5 मर्डर किए उन्होंने कोल भी लाइसेंस हैं। अगर उन्हें एक सिख नूं किया, सिखां दे लई गुरु साहब ने भी कहा सी भाई शस्त्र रखने जरूरी होने, सिर्फ अपने लिए नहीं ते डिफेंस लई, बाकी मजलूम दे लई भी अगर वो डिफेंस के लिए अपने हथियार रखता है। ये जथेदार साहब ने किहड़ी गलत गल कह छड़ी, इतने कहा तुसीं पाकिस्तान तो बार्डर तो मंगवा लो, उन्हें कहा अपने अपने जिथों लीगली तुहानूं लाइसेंस मिलता है लाइसेंस ही हथियार रखो। इस गल नूं अगर इस देश नूं बर्दाश्त नहीं किया जाएगा तो मैं हैरान होगा। तुसीं जो मर्जी कह लो, तुसीं ऐसियां गल्लां कर लो जी बाकी धार्मिक लोगों दी बाकी भावनावां हत्थ होण, तुहानूं तां ख्याल नहीं है। अज सिर्फ तुसीं ही सारे वारस नहीं हो देश दे, हर कम्यूनिटी देश दी, हर बच्चा हर कम्यूनिटी इस देश की सुरक्षा लई, इस देश की उसकी आज़ादी लई उसने काम किया है, देश सारिਆਂ दा है। अगर कोई ऐसी स्टेटमेंट है, स्टेटमेंट के बेस कोई भी ऐसी गल नहीं है, उन्हें हथियारों को प्रमोट नहीं किया, उन्हें नहीं कहा चलाना शुरू कर दो, उन्हें कहा अपनी हिफाजत वास्ते रखो। सो अपनी सेल्फ डिफेंस के वास्ते सरकार ने सानू कॉन्स्टिट्यूशन राइट दिता गया तो तुसीं हथियार रख सकते हो, और हथियार भी हो जो परमिसिबल अंडर ला। तो ये कोई ऐसी गल नहीं सी, इन्हां गल्लां नूं तुल देण दे लई सिर्फ और सिर्फ तुसीं देखदे हो भाई सरदार दे मूँह चों गल आई है, इनूं असीं एक्सप्लॉइट करना। बस चल रही जी। बहुत बहुत धन्यवाद वीर जी तुहाडा, बहुत ही जिहड़ी वैल्यूएबल जानकारी तुसीं साडे नाल सांझी कीती है। ते हुण चलदे आ वीर अजमीत सिंह जी होणां दे वल नूं, क्योंकि ये भी बेबाक हो के आपदी आवाज़ नूं चुकदे ने, पंथ दर्दी ने, ते इन्हां दे नाल भी गल करदे आ। जी वीर जी,
ਜਿਸ ਤਰ੍ਹਾਂ ਦੇ ਨਾਲ ਬਲਵਿੰਦਰ ਵੀਰ ਜੀ ਉਹਨਾਂ ਨੇ ਵੀ ਬੜੇ ਜ਼ੋਰ ਸ਼ੋਰ ਦੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ, ਇਸ ਗੱਲ ਦੀ ਨਿੰਦਿਆ ਕੀਤੀ ਆ, ਆਪਾਂ ਵੀ ਕਰਦੇ ਆ ਰਹੇ ਕਿ ਮੈਂ ਤਾਂ ਵਾਰ-ਵਾਰ ਇਹੀ ਸਵਾਲ ਕਹਿ ਰਹੀ ਹਾਂ, ਠੀਕ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਸਾਡੇ ਵਿਚਾਰ ਕਈ ਵਾਰੀ ਨਹੀਂ ਮੇਲ ਖਾਂਦੇ ਹੋਣੇ, ਕਿਸੇ ਪਰਸਨ ਦੇ ਨਹੀਂ ਮੇਲ ਖਾਂਦੇ ਹੋਣੇ। ਪੰਜਾਬ 'ਚ ਵੀ ਐਸੇ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਦੇ ਵਿਚਾਰ ਉਹਨਾਂ ਨਾਲ ਮੇਲ ਨਹੀਂ ਖਾਂਦੇ ਹੋਣੇ, ਪਰ ਹੁਣ ਪੰਜਾਬ ਹੀ ਤਾਂ ਐਸੀ ਧਰਤੀ ਹੈਗੀ ਆ ਜਿੱਥੋਂ ਸਾਡੀ ਕੌਮ ਨੂੰ ਪਛਾਣਿਆ ਜਾਂਦਾ ਹੈ। ਪੰਜਾਬ ਦੇ ਵਿੱਚ ਸਾਨੂੰ ਪਤਾ ਕਿ ਅਸੀਂ ਨਿਧੜਕ ਹੋ ਕੇ ਆਪਦੀ ਆਵਾਜ਼ ਨੂੰ ਜਿਹੜਾ ਚੁੱਕਦੇ ਸੀਗੇ। ਮੈਂ ਇਹਦੇ ਨਾਲ ਹੁਣ ਸੀ ਹੀ ਲਾਉਂਗੀ ਕਿਉਂਕਿ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਉਹਨੂੰ ਪ੍ਰੈਜ਼ੈਂਟ ਦੇ ਜਿਹੜੇ ਹਾਲਾਤ ਨੇ ਬਹੁਤ ਵੱਖਰੇ ਨੇ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਤਾਂ ਸਿਕਿਉਰਿਟੀ ਦਾ ਵਾਪਸ ਲੈ ਲੈਣਾ, ਕਿਆ ਜਾਣ ਬੁੱਝ ਕੇ ਇਹੋ ਜਿਹੀਆਂ ਜਿਹੜੀਆਂ ਕਹਿ ਸਕਦੇ ਆ ਕਿ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕੋਝੀਆਂ ਕੀਤੀਆਂ ਜਾ ਰਹੀਆਂ ਨੇ? ਦੇਖੋ ਤੁਸੀਂ ਗੱਲ ਕੀਤੀ ਵਿਚਾਰਾਂ ਦੀ ਗੱਲ, ਸਾਡੀ ਕੌਮ ਹੈ, ਅਸੀਂ ਬੰਦ ਕਮਰੇ ਕਰ ਸਕਦੇ ਹਾਂ। ਸਾਡੀ ਕੌਮ ਹੈ, ਅਸੀਂ ਬੰਦ ਕਮਰੇ 'ਚ ਆਪਣੇ ਪੰਥ ਦੇ ਵਿਚਾਰ ਅਸੀਂ ਕਰ ਸਕਦੇ ਹਾਂ, ਨਾ ਕਿ ਅਸੀਂ ਬਾਹਰ ਦੂਜੀ ਕਮਿਊਨਿਟੀ ਨੂੰ ਦੱਸ ਸਕਦੇ ਹਾਂ ਜੀ। ਬਾਕੀ ਜਿਹੜੇ ਤੁਸੀਂ ਹੁਣ ਲਾਈਵ ਕਰ ਰਹੇ ਹੋ, ਮੈਂ ਜਿੰਨੀ ਵੀ ਸੰਗਤ ਨੂੰ ਦੇਖ ਰਹੀ ਹੈ ਆਲ ਵਰਲਡ, ਬਹੁਤ ਮੁਬਾਰਕਬਾਦ ਹੈ ਪੰਜਾਬ ਦੀ ਸਰਕਾਰ ਨੂੰ ਕਿ ਜਿਹੜਾ ਉਹਨਾਂ ਨੇ ਜਥੇਦਾਰ ਸਿੰਘ ਸਾਹਿਬ ਤੋਂ ਸਿਕਿਉਰਿਟੀ ਲਈ। ਸਭ ਤੋਂ ਵੱਡੀ ਮੁਬਾਰਕ ਪੰਜਾਬ ਸਰਕਾਰ ਨੂੰ। ਪਤਾ ਕਿਉਂ? ਉਹ ਇਸ ਕਰਕੇ ਮੁਬਾਰਕ ਹੈ ਕਿ ਜਿਹੜੀ ਦੁਨੀਆ ਵਿੱਚ ਸਿੱਖ ਭੁਲੇਖੇ ਵਿੱਚ ਰਹਿ ਰਿਹਾ ਸੀ ਕਿ ਇਹ ਸਰਕਾਰਾਂ ਸਾਡੀਆਂ ਹਨ, ਇਹ ਸਰਕਾਰਾਂ ਸਾਡਾ ਵਜੂਦ ਹਨ, ਉਹਨਾਂ ਦਾ ਅੱਜ ਭੁਲੇਖਾ ਇਹਨਾਂ ਸਰਕਾਰਾਂ ਨੇ ਵੀ ਦੂਰ ਕਰਤਾ। ਇਸ ਕਰਕੇ ਮੁਬਾਰਕਬਾਦ ਦਿੱਤੀ ਹੈ ਸਰਕਾਰ ਨੂੰ ਕਿ ਇੱਕ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਦਾ, ਤੁਹਾਡੇ ਮੰਦਰ, ਤੁਹਾਡੇ ਮਸਜਿਦ, ਤੁਹਾਡੇ ਹਰ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਹਿਰੇਦਾਰ ਖੜੇ ਹੁੰਦੇ ਸਨ, ਸਿਕਿਉਰਟੀਆਂ ਸਨ, ਬਾਰਡਰ ਤੇ ਸਨ, ਹਰ ਇੱਕ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫਾਈਨੈਂਸ ਮਿਨਿਸਟਰ, ਡਿਫੈਂਸ ਮਿਨਿਸਟਰ ਹਿੰਦੂ ਮੁਸਲਮਾਨ ਨੂੰ ਲਾਇਆ ਗਿਆ ਸੀ। ਅੱਜ ਜਿਹੜੀ ਹਾਲਾਤ, ਅੱਜ ਜਿਹੜੀ ਸੋਚ ਇਹਨਾਂ ਸਰਕਾਰਾਂ ਨੇ ਰੱਖੀ ਹੈ, ਸਿੰਘ ਸਾਹਿਬ, ਇਹਨਾਂ ਨੂੰ ਤਾਂ ਭੁਲੇਖਾ ਕਿ ਸਿੰਘ ਸਾਹਿਬ ਕੌਣ ਸਨ। 6ਵੇਂ ਪਾਤਸ਼ਾਹ ਦਾ ਸਥਾਨ ਆ ਮੇਰੀ ਪੀਰੀ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਥਾਨ ਆ ਅਕਾਲ ਤਖਤ, ਜਿੱਥੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਤੇ ਬੀਬੀ ਤੱਕ ਚੜ ਕੇ ਆਏ, ਪਰ ਮੁੱਦੇ ਪਾਰ ਸਿੰਘਾਂ ਨੇ 151 ਦਿਨ ਦੇ ਅੰਦਰ ਅੰਦਰ ਹੀ ਢਾਏ। ਇਹਨਾਂ ਨੂੰ ਭੁਲੇਖਾ ਹੈ, ਹਿਸਟਰੀ ਵਾਪਸ ਬਾਰ-ਬਾਰ ਇਹ ਭੁੱਲ ਜਾਂਦੇ ਹਨ। ਪਰ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਉਹ ਵੇਲਾ ਹੈ, ਆਲ ਵਰਲਡ ਜਿੱਥੇ ਵੀ ਸਿੱਖਾਂ ਦੇ ਨਿਸ਼ਾਨ ਹਨ ਉੱਥੇ ਸਿੱਖਾਂ ਦੀ ਪਹਿਚਾਣ ਹੈ ਜੀ। ਸਿੰਘ ਸਾਹਿਬ ਨੂੰ ਬਹੁਤ ਵਧੀਆ, ਸਿੰਘ ਸਾਹਿਬ ਨੇ ਆਪਣੀ ਦੂਰ ਅੰਦੇਸ਼ੀ ਦੀ ਸੋਚ ਨਾਲੇ ਬਿਆਨ ਦਿੱਤਾ ਕਿ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ। ਹੁਣ ਤੁਸੀਂ ਪੰਜਾਬ ਸਰਕਾਰ ਹੁਣ ਲੇਲੜੀਆਂ ਕੱਢ ਰਹੀ ਆ ਕੇ, ਪਰ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਤੁਹਾਨੂੰ ਜ਼ਰੂਰਤ ਨਹੀਂ ਸਰਕਾਰ ਦੀ, ਤੁਸੀਂ ਅਕਾਲ ਪੁਰਖ ਦੇ ਥਾਪੇ ਹੋਏ 6ਵੇਂ ਪਾਤਸ਼ਾਹ ਦੇ ਸਥਾਨ ਤੇ ਬੈਠੇ ਹੋ। ਆਲ ਵਰਲਡ ਤੁਹਾਡੀ ਨੌਜਵਾਨੀ, ਤੁਹਾਡੀ ਕੌਮ ਤੁਹਾਡੇ ਹਮੇਸ਼ਾ ਨਾਲ ਖੜੀ ਹੈ ਤੇ ਖੜੀ ਰਹੇਗੀ। ਮੈਂ ਹੁਣ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਜਿੱਦਾਂ ਸਿੰਘ ਸਾਹਿਬ ਨੇ ਪਹਿਲਾਂ ਕੁਝ ਬਿਆਨ ਕੀਤਾ ਸੀ ਪਿਛਲੇ ਹਫ਼ਤੇ ਜੰਮੂ ਵਿਖੇ ਆ ਕੇ ਕਿ ਲਾਇਸੈਂਸੀ ਜਿਹੜੇ ਆਪਾਂ ਹਥਿਆਰ ਰੱਖਣੇ ਚਾਹੀਦੇ ਹਨ, ਸਾਨੂੰ ਜ਼ਰੂਰਤ ਵੀ ਨਹੀਂ ਲਾਇਸੈਂਸੀ ਹਥਿਆਰ ਰੱਖਣ ਦੀ। ਜੇ 84 ਵਿੱਚ ਦਿੱਲੀ ਵਾਲਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਦਿੱਲੀ ਵਿੱਚ ਵਿਡੋ ਕਲੋਨੀ ਨਾ ਹੁੰਦੀ। ਇਹ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਹਰ ਪਲ ਸਵੇਰ ਉੱਠਣ ਵੇਲੇ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਦੇ ਦੇਸ਼ ਵਿੱਚ ਦਿੱਲੀ ਵਿੱਚ ਇੱਕ ਵਿਡੋ ਕਲੋਨੀ ਹੈ। ਕਿਉਂ ਹੈ ਸਿੱਖਾਂ ਦੀ ਵਿਡੋ ਕਲੋਨੀ? ਸਿੱਖਾਂ ਦੀ ਬੀਬੀਆਂ ਦੇ ਖਾਮਦ ਮਾਰੇ ਗਏ, ਉਹਨਾਂ ਦੇ ਬੱਚੇ ਜਿਉਂਦੇ ਸਾੜੇ ਗਏ। ਉਹ ਕਿਉਂ ਸਾੜੇ ਗਏ? ਕਿ ਅਸੀਂ ਬੇਆਸਰੇ ਸੀ। ਸੰਤਾਂ ਨੇ ਬਹੁਤ ਵੱਡੀ ਮੁਹਿੰਮ ਚਲਾਈ ਸੀ, ਬਹੁਤ ਵੱਡੀ ਆਵਾਜ਼ ਉਠਾਈ ਸੀ। ਉਸੇ ਆਵਾਜ਼ ਨੂੰ ਅੱਜ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਜੰਮੂ ਵਿਖੇ ਬਿਆਨ ਦਿੱਤਾ ਸੀ ਕਿ ਲਾਇਸੈਂਸੀ ਹਥਿਆਰ, ਅਜੇ ਤਾਂ ਲਾਇਸੈਂਸ ਬਾਰੇ ਬੋਲਿਆ ਤੇ ਸਰਕਾਰਾਂ ਕੰਮ ਗਈਆਂ, ਅਜੇ ਤੇ ਵਿਦਆਊਟ ਲਾਇਸੈਂਸ ਦੀ ਗੱਲ ਹੀ ਨਹੀਂ ਕੀਤੀ ਸਿੰਘ ਸਾਹਿਬ ਨੇ। ਇਸ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ, ਸਾਨੂੰ ਕੋਈ ਲਾਇਸੈਂਸੀ ਹਥਿਆਰ ਨਹੀਂ ਚਾਹੀਦਾ। ਜਿਹੜੇ ਸਾਡੇ ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਦੇ ਸ਼ਸਤਰ ਹਨ, ਸੈਫ ਸਰੋਹੀ ਸਹਿਤੀ ਇਹ ਹਮਾਰਾ ਪੀਰ, ਇਹ ਸਾਡੇ ਪੀਰ ਹਨ। ਇਹਨਾਂ ਪੀਰਾਂ ਨੂੰ ਜਿਨ੍ਹਾਂ ਦੇ ਮਾਰਸ਼ਲ ਜਿਹੜਾ ਐਕਟ ਹੈ ਸਾਡਾ ਗੱਤਕਾ, ਸਾਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਸਿੰਘ ਸਾਹਿਬ ਦੇ ਆਲੇ ਦੁਆਲੇ
ਤੁਹਾਡੇ ਖੰਡੇ, ਤੁਹਾਡੇ ਬਾਲੇ, ਤੁਹਾਡੇ ਨੇਜੇ, ਤੁਹਾਡੀਆਂ ਸ਼੍ਰੀ ਸਭਾ ਹਮੇਸ਼ਾ ਚਮਕਦੀਆਂ ਰਹਿਣੀਆਂ ਚਾਹੀਦੀਆਂ ਹਨ, ਤਾਂ ਕਿ ਜਿਨ੍ਹਾਂ ਸਰਕਾਰਾਂ ਕੋਲ ਸਰਕਾਰੀ ਲਾਇਸੈਂਸ ਹਨ, ਜਿਨ੍ਹਾਂ ਵੀਰ ਜੀ ਨੇ ਗੱਲ ਕੀਤੀ ਸੀ ਲੱਚਰ ਗਾਇਕਾਂ ਨੂੰ ਤੁਸੀਂ ਫੋਰਸ ਦਿੱਤੀ, ਸਿਕਿਉਰਿਟੀ ਦਿੱਤੀ ਹੈ, ਮੁਬਾਰਕਾਂ ਉਹਨਾਂ ਨੂੰ ਦਿੱਤੀ ਹੋਏਗੀ। ਸਾਨੂੰ ਜ਼ਰੂਰਤ ਵੀ ਨਹੀਂ ਤੁਹਾਡੀ ਸਿਕਿਉਰਿਟੀ ਦੀ, ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਸਿੱਖ ਹੈ ਉਹ 1.25 ਲੱਖ ਨਾਲ ਟਕਰਾਇਆ ਹੈ ਤੇ 1.25 ਲੱਖ ਨਾਲ ਉਹ ਹਮੇਸ਼ਾ ਟਕਰਾਉਂਦਾ ਰਹੇਗਾ। ਪੂਰੀ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ, ਅੱਜ ਵੇਲਾ ਫਿਰ ਸਰਕਾਰ ਨੇ ਸਾਨੂੰ ਚੇਤਾ ਕਰਾਇਆ ਹੈ, ਆਪਣੇ ਸ਼ਸਤਰ, ਕਿਰਪਾਨਾਂ, ਖੰਡੇ ਹਮੇਸ਼ਾ ਸਿੰਘ ਸਾਹਿਬ ਦੇ ਆਲੇ ਦੁਆਲੇ ਘੁੰਮਣੇ ਚਾਹੀਦੇ ਹਨ, ਤਾਂ ਕਿ ਪੰਜਾਬ ਦੀ ਸਰਕਾਰ ਨੂੰ ਛੱਡ ਕੇ, ਹਿੰਦੁਸਤਾਨ ਦੀ ਸਰਕਾਰ ਨੂੰ ਛੱਡ ਕੇ ਵਿਦੇਸ਼ਾਂ ਦੀ ਸਰਕਾਰਾਂ ਨੂੰ ਪਤਾ ਚਲੇ ਕਿ ਜਿੰਨੀ ਪਾਬੰਦੀ ਅਸੀਂ ਸਿੱਖਾਂ ਪਰ ਲਗਾਵਾਂਗੇ, ਸਿੱਖ ਲੀਗਲੀ ਤੌਰ ਤੇ ਗੁਰੂ ਦੇ ਆਸ਼ਾ ਅਨੁਸਾਰ ਉਸ ਤਖਤ, ਜਿਹੜਾ ਤਖਤ ਸਿੱਖਾਂ ਦਾ ਸੁਪਰੀਮ ਹੈ, ਉਸ ਦੇ ਆਲੇ ਦੁਆਲੇ ਹਮੇਸ਼ਾ ਸਿੱਖ ਪਹਿਰਾ ਦਿੰਦਾ ਰਹੇਗਾ ਤੇ ਦਿੰਦਾ ਵੀ ਆਇਆ। ਇਸ ਕਰਕੇ ਸਿੰਘ ਸਾਹਿਬ ਨੂੰ ਬੇਨਤੀ ਹੈ, ਤੁਸੀਂ ਡਟੇ ਰਹੋ, ਸਿੱਖ ਕੌਮ ਤੁਹਾਡੇ ਨਾਲ ਹੈ, ਤੁਹਾਡਾ ਵਾਲ ਵੀ ਨਹੀਂ ਕੋਈ ਵਿੰਗਾ ਕਰ ਸਕਦਾ, ਕਿਉਂਕਿ ਤੁਸੀਂ ਅਕਾਲ ਪੁਰਖ ਦੇ ਅਸਥਾਨ, 6ਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਅਸਥਾਨ ਤੇ ਬੈਠੇ ਹੋ। ਤੁਹਾਡਾ ਜਿਸ ਤਖਤ ਤੇ ਤੁਸੀਂ ਬੈਠੇ ਹੋ, ਉਸ ਤਖਤ ਤੇ ਬੜੀ ਵਾਰ ਫੌਜਾਂ ਚੜੀਆਂ, ਪਰ ਹਮੇਸ਼ਾ ਉਹਨਾਂ ਫੌਜਾਂ ਨੂੰ ਮੂੰਹ ਦੀ ਖਾਣੀ ਪਈ। ਅੱਜ ਵੀ ਇਹ ਸਰਕਾਰਾਂ ਮੂੰਹ ਦੀਆਂ ਖਾਣਗੀਆਂ, ਪਰ ਮੇਰੀ ਅਖੀਰ ਵਿੱਚ ਜਥੇਦਾਰ ਸਾਹਿਬ ਆਪ ਜੀ ਨੂੰ ਬੇਨਤੀ ਹੈ, ਜਿਹੜਾ ਫੈਸਲਾ ਤੁਸੀਂ ਲਿਆ ਬਹੁਤ ਸੂਝਵਾਨ ਤਰੀਕੇ ਨਾਲ ਫੈਸਲਾ ਹੈ, ਬਹੁਤ ਸ਼ਲਾਘਾਯੋਗ ਫੈਸਲਾ ਲਿਆ। ਮੈਂ ਉਸ ਤੋਂ ਬਾਅਦ ਇਹਨਾਂ ਨੂੰ ਬੇਨਤੀ ਕਰਦਾ, ਇਹ ਫੈਸਲਾ ਅਟਲ ਰੱਖਿਓ। ਉਸ ਤੋਂ ਬਾਅਦ ਸਿੱਖ ਕੌਮ ਨੂੰ ਹੋਰ ਬੇਨਤੀ ਕਰਦਾ, ਜਿਨ੍ਹਾਂ ਕੋਲ ਤੁਸੀਂ ਸਰਕਾਰ ਦੀ ਸਿਕਿਉਰਿਟੀ ਲਈ ਹੈ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ, ਜਿਵੇਂ ਸਿੰਘ ਸਾਹਿਬ ਨੇ ਸਿਕਿਉਰਿਟੀ ਵਾਪਸ ਕੀਤੀ, ਉਵੇਂ ਤੁਸੀਂ ਵੀ ਸਿਕਿਉਰਿਟੀ ਵਾਪਸ ਕਰੋ। ਆਪਣੇ ਗਿੱਟਿਆਂ 'ਚ ਸਾਹ ਪਾਓ, ਤੁਹਾਡੇ ਲੱਤਾਂ ਵਿੱਚ ਸਾਹ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ, ਜਿਸ ਨੇ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜ ਦੀ ਟਾਕਰਾ ਕਰਨ ਲਈ ਆਪਣੇ 40 ਸਿੰਘ ਨਾਲ ਭੇਜੇ, ਲੱਖੇ ਜਿਗਰ ਸ਼ਹੀਦ ਕਰਾਏ। ਉਸ ਕੌਮ ਦੇ ਵਾਰਿਸਾਂ, ਸਾਡੇ ਲੱਤਾਂ ਵਿੱਚ ਜਿਗਰ, ਸਾਡੇ ਲੱਤਾਂ ਵਿੱਚ ਸਾਹ ਹੋਣਾ ਚਾਹੀਦਾ, ਸਾਡੀਆਂ ਬਾਹਾਂ ਵਿੱਚ ਸਾਹ ਹੋਣਾ ਚਾਹੀਦਾ। ਇਹ ਹਥਿਆਰ ਸਾਡੇ ਲਈ ਕੁਝ ਨਹੀਂ, ਸਾਡੇ ਗੁਰੂ ਸਾਹਿਬ ਦੇ ਜਿੱਤੇ ਹੋਏ ਸ਼ਸਤਰ, ਕਿਰਪਾਨਾਂ, ਨੇਜੇ ਸਾਡੇ ਵਾਸਤੇ ਇਹੀ 47 ਹਨ, ਸਾਡੇ ਵਾਸਤੇ ਇਹੀ 156। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਵੀਰ ਜੀ। ਜਿਸ ਤਰ੍ਹਾਂ ਦੇ ਨਾਲ ਵੀਰ ਜਮੀਤ ਸਿੰਘ ਜੀ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਜੇਕਰ ਸਿੰਘ ਸਾਹਿਬ ਪਹਿਲਾਂ ਤਾਂ ਜਿਵੇਂ 3 ਸਿਕਿਉਰਿਟੀ ਦੇ ਜਿਹੜੇ ਲੋਕ ਸਨ ਉਹਨਾਂ ਤੋਂ ਵਾਪਸ ਲੈ ਗਏ, 3 ਉਹਨਾਂ ਨੇ ਆਪ ਭੇਜਤੇ, ਫਿਰ ਉਸ ਤੋਂ ਬਾਅਦ ਜਿਵੇਂ ਜਾਣਕਾਰੀ ਸਾਂਝੀ ਕੀਤੀ ਕਿ ਵਾਪਸ ਆਏ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਕਿਤੇ ਮੇਰੀ ਸਿਕਿਉਰਿਟੀ ਦੇ ਨਾਲ ਤੁਹਾਡੇ ਖਜ਼ਾਨੇ ਤੇ ਬੋਝ ਨਾ ਪੈ ਜਾਵੇ। ਦੇਖੋ ਸਰਕਾਰ, ਮੈਂ ਇੱਕ ਗੱਲ ਭੁੱਲ ਗਿਆ ਸੀ, ਸਰਕਾਰ ਦਾ ਕੀ ਖਰਚਾ ਘਟਾਣਾ, ਸਰਕਾਰ ਚਾਵੇ ਅੱਜ ਸਰਕਾਰ ਬੋਲੇ ਤੇ ਗੁਰੂ ਪੰਥ ਖਾਲਸਾ ਸਿੰਘ ਸਾਹਿਬ ਇਥੋਂ ਹੁਕਮ ਜਾਰੀ ਕਰਨਗੇ ਕਿ ਸਿੱਖਾਂ ਦੀ ਸਿਕਿਉਰਿਟੀ ਸਰਕਾਰ ਨੂੰ ਦਿੱਤੀ ਜਾਵੇ। ਸਿੱਖ ਤਾਂ ਵੀ ਤਤਪਰ ਤਿਆਰ ਰਹੇਗਾ। ਭਗਵੰਤ ਮਾਨ ਦੇ ਆਲੇ ਦੁਆਲੇ ਸਿੱਖ ਸਿਕਿਉਰਿਟੀ ਅਕਾਲ ਤਖਤ ਤੋਂ ਇਸ਼ੂ ਕੀਤੀ ਜਾ ਸਕਦੀ ਹੈ। ਸਿੱਖਾਂ ਵਿੱਚ ਇੰਨੀ ਪਾਵਰ ਹੈ, ਕਿਉਂਕਿ ਗੁਰੂ ਸਾਹਿਬ ਨੇ ਇੰਨੀ ਪਾਵਰ ਸਿੱਖਾਂ ਨੂੰ ਦਿੱਤੀ ਹੋਈ ਹੈ। ਬਿਲਕੁਲ। ਔਰ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਗੱਲ ਕੀਤੀ ਹੈ ਕਿ ਸਿੱਖ ਹੈ ਜਿਹੜਾ, ਉਹ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲਾ ਜਾਵੇ, ਦੂਰੋਂ ਪਛਾਣਿਆ ਜਾਂਦਾ, ਔਰ ਉਹ ਆਪਣੇ ਜਜ਼ਬੇ ਤੇ ਆਪਣੇ ਬਲ ਦੇ ਕਰਕੇ ਹੀ ਪਛਾਣਿਆ ਜਾਂਦਾ ਕਿ ਇੱਕ ਪਾਵਰਫੁਲ ਕੌਮ ਹੈ ਜਿਹੜੀ ਸਿੱਖ, ਉਹ ਸਾਰੇ ਕਿਤੇ ਜਾਣੀ ਜਾਂਦੀ ਹੈ, ਹਨਾ। ਤੇ ਨਾਲ ਹੀ ਵੀਰ ਜੀ ਇੱਥੇ ਨਾ ਇੱਕ ਮੈਨੂੰ ਜ਼ਿਹਨ ਦੇ ਵਿੱਚ ਬਹੁਤ ਦੁੱਖ ਲੱਗ ਰਿਹਾ ਕਿ ਸ਼ਾਇਦ ਮੈਨੂੰ ਦੂਰ ਬੈਠ ਕੇ ਲੱਗ ਰਿਹਾ ਕਿ ਸ਼ਾਇਦ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਪਾ ਰਹੇ, ਕਿਉਂਕਿ ਆਪਸ ਦੇ ਵਿੱਚ ਧੜੇਬਾਜ਼ੀ ਹੋ ਸਕਦੀ ਹੈ। ਕੋਈ ਅਕਾਲ ਤਖਤ ਤੋਂ ਪਰੇ ਚੱਲ ਰਿਹਾ, ਕੋਈ ਆਪਣਾ ਇੱਕ ਜਥੇਬੰਦੀ ਬਣਾ ਕੇ ਚੱਲ ਰਿਹਾ, ਲੇਕਿਨ ਧੁਰਾ ਤਾਂ ਅਕਾਲ ਤਖਤ ਹੈ ਨਾ। ਸ਼ਾਇਦ ਮੈਂ ਪੰਜਾਬ ਦੀ ਧਰਤੀ ਤੋਂ, ਮੈਨੂੰ ਪਤਾ, ਮੈਂ ਉਹਨਾਂ ਪੰਜਾਬੀਆਂ ਦੇ ਵਿੱਚ ਵਿਚਰੀ ਹੋਈਆਂ। ਪੰਜਾਬੀ ਲੋਕ ਬੜੇ ਜਜ਼ਬਾਤੀ ਲੋਕ ਨੇ। ਤੁਸੀਂ ਉਹਨਾਂ ਦੇ ਜਜ਼ਬਾਤਾਂ, ਜਦੋਂ ਤੁਸੀਂ ਉਹਨਾਂ ਦੇ ਨਾਲ ਕਹਿੰਦੇ ਨੇ ਨਾ, ਜਦੋਂ ਬਲ ਦੀ ਗੱਲ ਆ ਜਾਂਦੀ ਹੈ ਤਾਂ ਵੀ ਪਿੱਛੇ ਨਹੀਂ ਵੇਖਣਾ, ਤੇ ਲੇਕਿਨ ਜਦੋਂ ਤੁਸੀਂ ਉਹਨਾਂ ਜਜ਼ਬਾਤਾਂ ਦੇ ਉੱਤੇ ਸੱਟ ਮਾਰਦੇ ਹੋ ਨਾ, ਉਹ ਵੀ ਬੜੀ ਜਲਦੀ ਚੀਜ਼ ਨੂੰ ਵੀ ਮਤਲਬ ਪਿਘਲਦੇ ਨੇ। ਲੇਕਿਨ ਇੱਥੇ ਇਹ ਗੱਲ ਹੈ ਕਿ ਮੈਨੂੰ ਬਾਹਰ ਬਹਿ ਕੇ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਆਪਦੀਆਂ ਜੜ੍ਹਾਂ ਆਪ ਵੱਢਣ ਲੱਗੇ ਪਏ ਨੇ, ਕਿ ਜਿਵੇਂ ਵੱਖ-ਵੱਖ ਜਥੇਬੰਦੀਆਂ ਬਣ ਗਈਆਂ। ਲੇਕਿਨ ਇਹ ਨਹੀਂ ਸਮਝ ਆ ਰਹੀ ਉਹਨਾਂ ਨੂੰ ਕਿ ਠੀਕ ਹੈ, ਤੁਸੀਂ ਬਦਲਾਅ ਲਿਆਂਦੇ, ਤੁਸੀਂ ਆਮ ਆਦਮੀ ਪਾਰਟੀ ਨੂੰ ਲਿਆਂਦਾ, ਚਲੋ 5 ਸਾਲ ਨੇ ਔਖੇ ਸੌਖੇ ਕੱਢ ਲੈਣਗੇ, ਕਿ ਜਦੋਂ ਹੋ ਹੀ ਰਿਹਾ ਹਨਾ, ਸ਼ੁਰੂ ਹੋ ਗਈਆਂ ਇਹ ਗਤੀਵਿਧੀਆਂ ਹੋਣੀਆਂ। ਲੇਕਿਨ ਗੱਲ ਇਹ ਹੈ ਕਿ ਜੇ ਹੁਣ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੀ ਸੁਪਰੀਮ ਪਾਵਰ ਨੂੰ ਇੱਕ
ਹੱਥ ਜਿਵੇਂ ਕਹਿ ਸਕਦੇ ਆ ਕਿ ਸ਼ੁਰੂਆਤ ਉੱਥੋਂ ਕਰ ਲਿਆ ਤਾਂ ਹਲੂਣਾ ਦਿੱਤਾ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੰਪੋਰਟੈਂਸ ਹੀ ਨਹੀਂ ਪਤਾ ਲੱਗ ਰਹੀ, ਪਤਾ ਨਹੀਂ ਲੱਗ ਰਿਹਾ ਕਿ ਅਕਾਲ ਤਖਤ ਸਾਹਿਬ ਕਿੰਨੀ ਵੱਡੀ ਚੀਜ਼ ਹੈ ਸਾਡੇ ਲਈ, ਸਿਰਮੌਰ ਸੰਸਥਾ ਹੈ ਸਾਡੀ। ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਬਿਲਕੁਲ ਸਿੱਖਾਂ ਨੂੰ ਆਪਣਾ ਮੂਲ ਪਛਾਣਨਾ ਚਾਹੀਦਾ ਹੈ। ਦੇਖੋ ਸਰਕਾਰਾਂ ਨੂੰ ਜਿਹੜਾ ਇਹ ਨਸ਼ੇ ਦਾ ਜਿਹੜਾ ਪਰਦਾ ਨਾ ਅੱਖਾਂ 'ਚ ਆ ਗਿਆ, ਦੇਖੋ ਬਾਰਡਰਾਂ ਤੇ, ਦਿੱਲੀ ਬਾਰਡਰਾਂ ਤੇ ਸਿੱਖ ਬੈਠੇ ਸੀ, ਕਿਸਾਨ ਬੈਠੇ ਸੀ, ਨਾ ਕੋਈ ਟੈਂਕ ਲੈ ਕੇ ਗਏ, ਨਾ ਕੋਈ 47 ਲੈ ਕੇ ਗਏ। ਇੱਕ ਛੋਲਿਆਂ ਦੀ ਮੁੱਠ ਤੇ ਬਦਾਮਾਂ ਦੀ ਮੁੱਠ ਖਾ ਖਾ ਕੇ ਅੱਜ ਸਰਕਾਰ ਨੂੰ ਗੋੜਿਆਂ ਦੇ ਥੱਲੇ ਲਾਇਆ। ਉਹ ਕਿਹਨੇ ਲਾਇਆ? ਪੰਜਾਬੀਆਂ ਨੇ ਲਾਇਆ, ਇਹ ਨਿਹੰਗ ਸਿੰਘਾਂ ਨੇ ਲਾਇਆ। ਇਸ ਕਰਕੇ ਮੈਂ ਨਿਹੰਗ ਸਿੰਘਾਂ ਦੀ ਜਥੇਬੰਦੀ ਨੂੰ ਬੇਨਤੀ ਕਰਦਾ, ਜਿਵੇਂ ਕਿ ਤੁਸੀਂ ਸਿਰਮੌਰ ਗੁਰੂ ਪਾਤਸ਼ਾਹ ਦੀ ਉਸ ਧਰਤੀ ਤੋਂ ਬਿਲੋਂਗ ਕਰਦੇ ਹੋ, ਤੁਹਾਡਾ ਫਰਜ਼ ਬਣਦਾ ਅੱਜ ਸਿੰਘ ਸਾਹਿਬ ਦੀ ਸਿਕਿਉਰਿਟੀ ਲਈ ਆਪਣੇ ਘਰ ਦੇ ਜਿੰਨੇ ਵੀ ਬੱਚੇ ਹਨ, ਜਿੰਨੇ ਵੀ ਮੁਹੱਲੇ ਤੇ ਸਮਾਜ ਵਿੱਚ ਸਿੰਘ ਸਾਹਿਬ ਲਈ ਹਮੇਸ਼ਾ ਖੜੇ ਕਰਕੇ ਰੱਖੋ ਕਿ ਸਾਡੀ ਨੌਜਵਾਨੀ ਅਗਰ ਸਿੰਘ ਸਾਹਿਬ ਦੇ ਕੰਮ ਆ ਜਾਵੇ, ਅਕਾਲ ਤਖਤ ਦੇ ਕੰਮ ਆ ਜਾਵੇ, ਇਸ ਤੋਂ ਵੱਡਾ ਸੁਭਾਗਾ ਸਮਾਂ ਸਾਨੂੰ ਇਸ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੈ। ਇਸ ਕਰਕੇ ਸਰਕਾਰਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਆਪਣਾ ਲਸ਼ਕਰ ਆਪ ਅਸੀਂ ਕਾਇਮ ਕਰਨਾ ਹੈ। ਉਹ ਸਾਡਾ ਲਸ਼ਕਰ ਸਾਡਾ ਕੀ ਹੈ? ਉਹ ਗੁਰੂ ਖਾਲਸਾ ਫੌਜ ਹੈ। ਅਸੀਂ ਖੁਦ ਮੁਖਤਿਆਰੀ ਸੋਚ ਰੱਖਣ ਵਾਲਾ, ਅਸੀਂ ਖਾਲਸ ਹਾਂ। ਖਾਲਸੇ ਦੀ ਸੋਚ ਜਿਹੜੀ ਹਮੇਸ਼ਾ ਹੈ। ਅੱਜ ਲੋਕਾਂ ਨੇ ਤੁਸੀਂ ਘਰ ਘਰ ਜਾ ਕੇ ਲੰਗਰ ਛਕਾਇਆ, ਇਹ ਸਿਕਿਉਰਿਟੀ ਵਾਲੇ ਉਦੋਂ ਕਿੱਥੇ ਸਨ? ਇਹ ਹਥਿਆਰਾਂ ਵਾਲੇ ਕਿੱਥੇ ਸਨ? ਜਿੱਥੇ ਤੁਸੀਂ ਲੰਮੀ ਦਾੜੀ ਵਾਲਾ ਸਰੂਪ ਜਦੋਂ ਖਾਲਸੇ ਦਾ ਕਿਸੇ ਵੀ ਦੁਨੀਆ ਵਿੱਚ ਕਿਸੇ ਵੀ ਜਗ੍ਹਾ ਤੇ ਦੇਖ ਲਵੋ, ਤੁਸੀਂ ਦੇਖ ਲਿਓ ਤਾਂ ਗੁਰੂ ਕਲਗੀਧਰ ਪਾਤਸ਼ਾਹ ਆਪ ਖੜਾ ਹੈ। ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਆਪ ਖੜਾ, ਉੱਥੇ ਸਿੱਖ ਕਦੇ ਹਾਰ ਹੀ ਨਹੀਂ ਸਕਦਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਬੜੇ ਵੱਡਮੁੱਲੇ ਤੁਸੀਂ ਵਿਚਾਰ ਸਾਂਝੇ ਕੀਤੇ ਨੇ। ਤੇ ਵੀ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦੇ ਵੱਲ ਨੂੰ ਚੱਲਦੇ ਆ ਜੀ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਪੰਜਾਬ ਦੇ ਵਿੱਚ ਕਿਉਂਕਿ ਹਰ ਜਗ੍ਹਾ ਜਗ੍ਹਾ ਤੋਂ ਉੱਠ ਕੇ ਡਿਵੀਜ਼ਨ ਕ੍ਰੀਏਟ ਕੀਤੀ ਦੀ ਹੈ, ਆਪਣੇ ਵਿੱਚ ਆਪਣੇ ਤਖਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੇਰੇ ਨਾਲੋਂ ਕਈ ਲੋਕੀ ਆਪਣਾ ਫੇਸਬੁੱਕ ਪੇਜ ਲਾਈਵ ਕਰ ਦਿੰਦੇ ਹਨ, ਮਾਈਕ ਹੱਥ 'ਚ ਪਕੜ ਕੇ ਜਥੇਦਾਰ ਸਾਹਿਬ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਵੀਰਾਂ ਅੱਗੇ ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਅਗਰ ਤਖਤ ਹੈ ਤੇ ਤੁਸੀਂ ਹੋ, ਤਖਤ ਹੈ ਤੇ ਪੰਥ ਹੈ। ਤਖਤ ਅਗਰ ਕਮਜ਼ੋਰ ਹੋਏਗਾ ਤੇ ਪੰਥ ਵੀ ਕਮਜ਼ੋਰ ਹੋਏਗਾ। ਤਖਤ ਨੂੰ ਕਮਜ਼ੋਰ ਕਰਕੇ ਅਸੀਂ ਕਦੇ ਵੀ ਸਿਧਾਂਤਿਕ ਮੁੱਲਿਆਂ ਤੇ ਨਹੀਂ ਚੱਲ ਸਕਦੇ, ਸਾਡਾ ਪੰਥ ਕਮਜ਼ੋਰ ਹੋਏਗਾ। ਸੋ ਮੇਰੀ ਤੁਹਾਨੂੰ ਬਿਨ੍ਹਾਂ ਹੈ, ਸਿਆਸੀ ਲੋਕਾਂ ਨੂੰ ਜੋ ਮਰਜ਼ੀ ਕਹਿ ਲਿਆ ਕਰੋ, ਹੋਰ ਜਿਸ ਨੂੰ ਮਰਜ਼ੀ ਕਹਿ ਲਿਆ ਕਰੋ, ਲੇਕਿਨ ਅਕਾਲ ਤਖਤ ਤੇ ਕੋਈ ਗੱਲ ਕਰਨ ਤੋਂ ਪਹਿਲੇ 10 ਵਾਰੀ ਸੋਚ ਲਿਆ ਕਰੋ ਕਿ ਉਹਨਾਂ ਦੇ ਨਾਲ ਲੋਕਾਂ ਦੀ ਕਈਆਂ ਦੀ ਆਸਥਾ ਜੁੜੀ ਹੈ। ਸਾਡੀ ਸਿਰਮੌਰ ਸੰਸਥਾ ਹੈ, ਸਾਡੀ ਸੁਪਰੀਮ ਸੰਸਥਾ ਹੈ, ਇਹਨੂੰ ਅਸੀਂ ਕਮਜ਼ੋਰ ਨਾ ਕਰੀਏ। ਫਿਰ ਅਸੀਂ ਇਸ ਜ਼ਿਲ੍ਹੇ ਨੂੰ ਕਮਜ਼ੋਰ ਕਰਾਂਗੇ, ਫਿਰ ਲੱਗਦਾ ਹੈ ਤੁਸੀਂ ਸਰਕਾਰ ਦੀਆਂ ਹੀ ਗੱਲਾਂ ਨੂੰ ਅੱਗੇ, ਉਹਨਾਂ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹੋ। ਆਪਣੇ ਜਥੇਦਾਰ ਸਾਹਿਬ ਦੀ, ਆਪਣੇ ਅਕਾਲ ਤਖਤ ਦੀ ਸਰੋਜਤਾ ਨੂੰ ਹਮੇਸ਼ਾ ਕਾਇਮ ਰੱਖੋ। ਆਪਣੇ ਮਾਈਕ ਲੈ ਕੇ ਆਪਣੀ TRP ਦੇ ਲਈ ਜਥੇਦਾਰ ਸਾਹਿਬ ਦੇ ਅੱਗੇ ਟਿਕਟ ਬਣੀ ਨਾ ਕਰਿਆ ਕਰੋ। ਕੋਈ ਗੱਲ ਹੋਵੇ ਵੀ ਅਕਾਲ ਤਖਤ ਸਾਹਿਬ ਤੁਸੀਂ ਜਾ ਸਕਦੇ ਹੋ, ਉਹਨਾਂ ਨੂੰ ਮੇਲ ਕਰ ਸਕਦੇ ਹੋ, ਉਹਨਾਂ ਨਾਲ ਗੱਲ ਕਰ ਸਕਦੇ ਹੋ ਜਾ ਕੇ। ਅੱਜ ਸਾਹਿਬ ਵਿੱਕੀ ਥਾਮਸ ਦੀ ਮੈਂ ਗੱਲ ਦੇਖ ਰਿਹਾ ਸੀ, ਵਿੱਕੀ ਥਾਮਸ ਕੱਲ੍ਹ ਜਥੇਦਾਰ ਸਾਹਿਬ ਕੋਲ ਉੱਥੇ ਪਹੁੰਚਿਆ। ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਨੇ ਆਵਾਜ਼ ਨਹੀਂ ਚੁੱਕੀ। ਅੱਜ ਕ੍ਰਿਸਚਨ ਹੋ ਕੇ ਵਿੱਕੀ ਥਾਮਸ ਨੇ ਗੱਲ ਚੁੱਕੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੌਰ ਤੇ ਸਿੰਘ ਨਾਂ ਰੱਖ ਕੇ ਪੋਸਟਰ ਬਣੇ ਦੇ ਹਨ ਤੇ ਉਹ ਕ੍ਰਿਸਚੈਨਿਟੀ ਦਾ ਪ੍ਰਚਾਰ ਕਰ ਰਹੇ ਹਨ। ਉਹਨੇ ਕਿਹਾ ਮੈਂ ਗੱਲ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਿੱਖਾਂ ਨੂੰ, ਤੇ ਸ਼ਰਮ ਆਉਣੀ ਚਾਹੀਦੀ ਸਾਡੇ ਸਿੱਖਾਂ ਨੂੰ ਕਿ ਜਿਹੜੀ ਗੱਲ ਵਿੱਕੀ ਥਾਮਸ ਨੇ ਕ੍ਰਿਸਚਨ ਹੋ ਕੇ ਤੁਹਾਡੇ ਵਾਸਤੇ ਚੁੱਕੀ ਹੈ, ਉਹ ਜਥੇਦਾਰ ਸਾਹਿਬ ਨੂੰ ਜਾ ਕੇ ਕਮਰੇ ਵਿੱਚ ਕਹੀ ਹੈ। ਉਹ ਗੱਲਾਂ ਤੁਸੀਂ ਵੀ ਕੋਈ ਅਗਰ ਗਿਲਾ ਸ਼ਿਕਵਾ ਹੋਵੇ ਤਾਂ ਜਥੇਦਾਰ ਸਾਹਿਬ ਨੂੰ ਕਮਰੇ 'ਚ ਜਾ ਕੇ ਕਹਿ ਲਿਆ ਕਰੋ। ਬਾਜ਼ਾਰਾਂ ਦੇ ਵਿੱਚ ਆਪਣੇ ਸਰੋਜ ਸੰਸਥਾ ਨੂੰ ਭੰਡਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਕਿੰਤੂ ਪਰੰਤੂ ਕਰਨ ਦੀ ਜ਼ਰੂਰਤ ਨਹੀਂ ਹੈ। ਤਖਤ ਨੂੰ ਕਮਜ਼ੋਰ ਨਾ ਕਰੀਏ ਬਸ। ਜੀ ਜੀ, ਬਹੁਤ ਬਹੁਤ ਧੰਨਵਾਦ। ਤੇ ਅਜਮੀਤ ਵੀਰ ਜੀ, ਹੁਣ ਅਖੀਰ ਦੇ ਵਿੱਚ ਇੱਕ ਸੁਨੇਹਾ, ਚਲੋ ਹੁਣ ਗੱਲਬਾਤ ਤਾਂ ਆਪਾਂ ਸ਼ੁਰੂ ਕੀਤੀ ਹੀ ਹੈਗੀ ਆ ਤੇ ਸਾਰੇ ਇੰਤਜ਼ਾਰ ਦੇ ਵਿੱਚ ਵੀ ਹੋਣਗੇ ਕਿ DGPC ਦੀ ਇਲੈਕਸ਼ਨ ਨੂੰ ਲੈ ਕੇ ਵੀ ਥੋੜੀ ਜੀ ਜਿਹੜੇ ਵਿਚਾਰ ਨੇ ਸਾਂਝੇ ਕਰ ਦਿਓ, ਕਿਉਂਕਿ ਹੁਣ ਚੋਣਾਂ ਦਾ ਐਲਾਨ ਤਾਂ ਹੋ ਹੀ ਚੁੱਕਾ ਹੈਗਾ ਤੇ ਸਾਰੇ ਆਪਦੇ ਸੁਝਾਅ ਤੇ ਵਿਚਾਰ ਵੀ ਰੱਖਦੇ ਨੇ। ਮੇਰੇ ਵੀ ਆਪਦੇ ਹੋਣਗੇ ਤੇ ਤੁਹਾਡੇ ਵੀ ਨੇ, ਤੇ ਚਲੋ ਉਹ ਵੀ ਥੋੜੇ ਸਾਂਝੇ ਕਰ ਦਿਓ। ਮੈਂ ਜ਼ਰੂਰ ਇਸ ਵਿੱਚ ਬੇਨਤੀ ਕਰਨਾ ਚਾਹੀਦੀ ਹੈ ਕਿ ਮੈਂ ਖਾਸ ਕਰਕੇ ਸੰਗਤ ਨੂੰ, ਵੋਟਰਾਂ ਨੂੰ ਬੇਨਤੀ ਕਰਦਾ, ਦਾੜੀ ਕਾਲੀ ਕਰਨ ਵਾਲਾ, ਸ਼ਰਾਬ ਪੀਣ ਵਾਲਾ, ਸਭ ਤੋਂ ਪਹਿਲਾਂ 2 ਗੱਲਾਂ ਤੋਂ ਸੁਚੇਤ ਰਹੋ। ਬਾਕੀ ਗੱਲਾਂ ਤੁਸੀਂ ਆਪ ਸਾਈਡ ਤੇ ਕਰ ਹੀ ਲੋਗੇ। ਪਹਿਲੇ 2 ਅੱਜ ਦੇਖ ਲਓ, 2 ਮੁੱਦੇ ਜਿਹੜੇ ਹਨ, ਇੱਕ ਸ਼ਰਾਬੀ ਤੇ ਇੱਕ ਦਾੜੀ ਕਾਲੀ ਰੰਗਣ ਵਾਲਾ। ਅਗਰ ਇਹੋ ਜਿਹੇ ਲੋਕਾਂ ਨੂੰ ਤੁਸੀਂ ਪ੍ਰਮੋਟ ਕਰਕੇ ਅੱਗੇ ਲਿਆਓਗੇ ਤਾਂ ਤੁਸੀਂ ਸੋਚੋਗੇ ਕਿ ਅਸੀਂ ਸਵਰਗ ਵਾਲੀ ਜ਼ਿੰਦਗੀ ਜੀ ਰਹੇ ਹਾਂ, ਇਹ ਤੁਹਾਡਾ ਭੁਲੇਖਾ ਹੈ। ਇਸ ਕਰਕੇ ਮੇਰੀ ਸੰਗਤ ਨੂੰ ਅਪੀਲ ਹੈ, ਗੁਰਸਿੱਖ ਪਿਆਰਾ ਉਹੀ ਚੁਣੀਏ ਜਿਹੜਾ ਰਾਗੀਆਂ ਦੀ ਦੇਖਭਾਲ ਕਰੇ, ਗ੍ਰੰਥੀ ਸਿੰਘਾਂ ਦੀ ਦੇਖਭਾਲ ਕਰੇ, ਗੁਰਦੁਆਰਾ ਮੈਨੇਜਮੈਂਟ ਦੀ ਦੇਖਭਾਲ ਕਰੇ, ਨਾ ਕਿ ਸਰਕਾਰ ਦੇ ਤਲਵੇ ਚੜ੍ਹਦਾ ਫਿਰੇ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਤੇ ਨਾਲ ਹੀ ਜਿਹੜੇ ਵੀ ਕੈਂਡੀਡੇਟ ਆਉਣਗੇ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ, ਯਾਰ ਤੁਹਾਨੂੰ ਗੁਰੂ ਦਾ ਦਿੱਤਾ ਹੈ, ਤੁਸੀਂ ਖਾ ਰਹੇ ਹੋ, ਗੁਰੂ ਦੀ ਦਿੱਤੀ ਹੋਈ ਤੁਸੀਂ ਦਸਤਾਰ ਸਜਾ ਰਹੇ ਹੋ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਗੁਰੂ ਕੇ ਸਿੱਖੋ, ਤੁਸੀਂ ਆਓ DGPC ਦੀ ਇਲੈਕਸ਼ਨ ਪਾਰਟਿਸਿਪੇਟ ਕਰੋ। ਇਲੈਕਸ਼ਨ ਤੇ ਨਹੀਂ ਸੀ ਹੋਣੀ ਚਾਹੀਦੀ, ਅਸੀਂ ਸਿਲੈਕਸ਼ਨ ਦਾ
ਹੋਕਾ ਲਾਇਆ ਹੋਇਆ ਸਿਲੈਕਸ਼ਨ ਹੀ ਹੋਣੀ ਚਾਹੀਦੀ ਹੈ। ਚਲੋ ਜੋ ਹੁਣ ਪਰਮਾਤਮਾ ਨੂੰ ਮਨਜ਼ੂਰ ਹੋਏ, ਜੋ ਸਿੱਖਾਂ ਦੀ ਸੋਚ ਜੰਮੂ ਵਿੱਚ ਬਣ ਜਾਏਗੀ ਉਹ ਆਉਣ ਵਾਲਾ ਸਮਾਂ ਦੱਸੇਗਾ। ਫਿਰ ਮੈਂ ਉਹਨਾਂ ਕੈਂਡੀਡੇਟ ਨੂੰ ਬੇਨਤੀ ਕਰਾਂਗਾ ਯਾਰ ਕਿ ਜਦੋਂ ਵੀ ਤੁਸੀਂ ਉੱਠੋ ਤੁਹਾਡੀ ਆਵਾਜ਼ ਉੱਠੇ ਉਹ ਅਕਾਲ ਪੁਰਖ ਦੀ ਸੋਚ ਨਾਲ ਉੱਠੇ, ਉਹ ਚਮਕੌਰ ਦੀ ਗੜੀ ਵਾਲੀ ਆਵਾਜ਼ ਹੋਵੇ, ਉਹ ਬਿਲਕੁਲ ਸਰਹੰਦ ਵਾਲੀ ਆਵਾਜ਼ ਹੋਵੇ, ਨਾ ਕਿ ਤੁਹਾਡੀ ਆਵਾਜ਼ ਹੋਵੇ ਕਿ ਸਰਕਾਰਾਂ ਦੇ ਤਲਵੇ ਚੱਟਣ ਵਾਲੀ। ਤੁਸੀਂ ਜਦੋਂ ਸਰਕਾਰਾਂ ਦੇ ਗੋਡਨੇ ਤੇ ਬੈਠੋਗੇ, ਜਾ ਕੇ ਸਰਕਾਰਾਂ ਦੀ ਝੋਲੀ 'ਚ ਬੈਠੋਗੇ, ਤੁਸੀਂ ਆਪਣੇ ਬੱਚਿਆਂ ਦਾ ਕਤਲ ਆਪ ਕਰੋਗੇ। ਇਸ ਕਰਕੇ ਮੇਰੀ ਬੇਨਤੀ ਹੈ ਨੀ ਤੜਕੋ ਕੇ ਆਵੋ, ਕੋਈ ਗੱਲ ਨਹੀਂ, ਹਾਰਨਾ ਮਨਜ਼ੂਰ ਹੈ ਜਾਂ ਨਹੀਂ ਨੁਮਾਇੰਦਗੀ ਮਿਲੀ ਤਾਂ ਵੀ ਮਨਜ਼ੂਰ ਹੈ, ਪਰ ਆਵਾਜ਼ ਜਿਹੜੀ ਆ ਉਹ ਸਿੱਖਾਂ ਦੀ ਆਵਾਜ਼। ਵੀਰ ਜੀ ਇੱਕ ਗੱਲ ਆ, ਜਿਵੇਂ ਅੱਜ ਨੋਮੀਨੇਸ਼ਨ ਫਾਰਮ ਆ ਜਿਹੜੇ ਭਰਨਾ ਸ਼ੁਰੂ ਹੋ ਗਿਆ ਸੀਗਾ, ਪਰ ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਚਿਹਰਾ ਹਜੇ ਤੱਕ ਸਾਹਮਣੇ ਨਹੀਂ ਆਇਆ। ਪਤਾ ਨਹੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਹੋਣੇ ਆ ਵੀ ਮੈਂ ਵੇਖ ਲਾ ਇਧਰੋਂ ਕੌਣ ਆਉਂਦਾ, ਤੇ ਫਿਰ ਉਸ ਹਿਸਾਬ ਦੇ ਨਾਲ ਤੇ ਕੀ ਸੋਚੀਏ ਫਿਰ ਸਰਦਾਰ ਅਜਮੀਤ ਸਿੰਘ ਜੀ ਹੋਣਾ ਦੇ ਬਾਰੇ ਵਿੱਚ ਕੀ ਕੀਤੇ ਤੁਸੀਂ ਵੀ ਤਾਂ ਨਹੀਂ ਡੀਕਦੇ ਪਏਗੇ। ਸਰਦਾਰ ਅਜਮੀਤ ਸਿੰਘ ਅੱਜ ਤੁਹਾਨੂੰ ਬਿਲਕੁਲ ਆਨ 에ਅਰ ਤੁਹਾਨੂੰ ਦੱਸ ਰਿਹਾ ਕਿ ਸਰਦਾਰ ਅਜਮੀਤ ਸਿੰਘ ਨੂੰ ਤੇ ਸਰਦਾਰ ਬਲਵਿੰਦਰ ਸਿੰਘ ਆਰਟੀਆਈ ਸਾਹਿਬ ਨੂੰ ਕੋਈ ਵੀ ਝੋਲੀ ਚੁੱਕ ਕਦੇ ਨਹੀਂ ਕਹੇਗਾ ਤੁਸੀਂ ਆ ਕੇ ਪਾਰਟਿਸਿਪੇਟ ਕਰੋ, ਕਦੇ ਵੀ ਨਹੀਂ ਕਿਹਾ ਤੇ ਕਦੇ ਵੀ ਨਹੀਂ ਕਹੇਗਾ ਜੀ। ਜਦੋਂ ਮੇਰੇ ਵਰਗੇ ਜਾਂ ਬਲਵਿੰਦਰ ਸਿੰਘ ਆਰਟੀਆਈ ਵਰਗੇ 4-5 ਸੋਚ ਵਰਗੇ ਮੇਰੇ ਵਰਗੇ ਨਹੀਂ, ਬਲਵਿੰਦਰ ਵੀਰ ਵਰਗੇ ਜਦੋਂ ਨੀ ਤੜਕ ਸੱਚ ਬੁਣ ਵਾਲੇ 4-5 ਬੰਦੇ ਵੀ ਆ ਗਏ ਨਾ, ਫਿਰ ਅਸੀਂ ਉਦੋਂ ਵਿਚਾਰ ਕਰਾਂਗੇ ਆਪਣੇ ਕਿ ਅਸੀਂ ਮੈਦਾਨ ਵਿੱਚ ਆਣਾ ਕਿ ਨਹੀਂ ਆਣਾ। ਅਸੀਂ ਪਹਿਲਾਂ ਹੀ ਅਰਦਾਸ ਕੀਤੀ ਹੋਈ ਹੈ, ਸਾਡੀ ਪੰਥਕ ਏਕਤਾ ਨੇ ਪਹਿਲੇ ਹੀ ਅਸੀਂ ਅਰਦਾਸ ਕਰਕੇ ਗੁਰੂ ਘਰ ਵਿੱਚ ਕਿ ਅਸੀਂ ਇਲੈਕਸ਼ਨ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਹਾਂ, ਸਿਲੈਕਸ਼ਨ ਵਿੱਚ ਕੋਈ ਗੁਰੂ ਪਿਆਰਾ, ਕੋਈ ਮਾਂ ਦੀ ਕੁੱਖ ਨੂੰ ਦਾਗ ਨਾ ਲਾਉਣ ਵਾਲਾ ਆ ਜਾਵੇ। ਦੇਖੋ ਮੈਂ ਤਾਂ ਚਾਹੁੰਦਾ ਸੀ ਕਿ ਬੀਬੀਆਂ ਅੱਗੇ ਆਉਣ, ਪਰ ਸਾਡੀਆਂ ਭੈਣਾਂ ਸ਼ਰਮ ਮਹਿਸੂਸ ਕਰਦੀਆਂ ਇਸ ਕੰਮ ਵਿੱਚ। ਗੁਰੂ ਸਾਹਿਬ ਨੇ ਬਹੁਤ ਵੱਡੀ ਵਡਿਆਈ ਬੀਬੀਆਂ ਨੂੰ ਬਖਸ਼ੀ ਹੋਈ ਹੈ। ਮੈਂ ਕਹਿੰਦਾ ਸੀ ਆਉਣਾ ਚਾਹੁੰਦਾ, ਮੇਰਾ ਸੀ ਕਿ ਮੈਂ ਤੁਹਾਡੇ ਵਾਸਤੇ ਸੋਚ ਰਿਹਾ ਸੀ ਕਿ ਤੁਸੀਂ ਵੀ ਅੱਗੇ ਆਓ, ਕਿਉਂਕਿ ਜਦੋਂ ਫੈਮਿਲੀ ਦੀ ਸਪੋਰਟ ਹੋਵੇ ਨਾ ਫਿਰ ਆਉਣਾ ਚਾਹੀਦਾ। ਕਿਉਂਕਿ ਤੁਸੀਂ ਇਸ ਵਾਰ ਦੇਖੋ ਜਿਹੜੀ ਇਹ DGPC ਦਾ ਇਹ ਸੈਸ਼ਨ ਰਿਹਾ, ਇਹ ਬਿਲਕੁਲ ਨਾ ਕਾਬਿਲ ਹੈ। ਮੈਂ ਆਦਾ ਦੀ 1% ਵੀ ਤਾਰੀਫ ਨਹੀਂ ਕਰਨੀ ਚਾਹੀਦੀ। ਤੁਸੀਂ ਗੁਰੂ ਘਰ ਦੀਆਂ ਜਿੰਨੀਆਂ ਦੁਕਾਨਾਂ 80% ਦੁਕਾਨਾਂ ਨਾਨ ਸਿੱਖਾਂ ਕੋਲ ਹਨ। ਕਿਆ ਸਿੱਖ ਨਹੀਂ ਦੁਕਾਨਾਂ ਕਰ ਸਕਦੇ? ਸਿੱਖ ਆਪਣਾ ਰੋਜ਼ਗਾਰ ਨਹੀਂ ਲਾ ਸਕਦੇ? ਇਹ ਕਹਿੰਦੇ ਪੁਰਾਤਨ ਚਲੀਆਂ ਆ ਰਹੀਆਂ, ਮਤਲਬ ਪੁਰਾਤਨ ਰਵਾਇਤ ਨੂੰ ਤੁਸੀਂ ਕੰਟੀਨਿਊ ਬਰਕਰਾਰ ਰੱਖੋਗੇ, ਉਸ ਨੂੰ ਤੋੜ ਨਹੀਂ ਸਕਦੇ। ਫਿਰ ਤੁਹਾਡੇ ਜਿੱਤਣ ਦਾ ਫਾਇਦਾ ਕੀ? ਤੁਹਾਡੇ ਸਿਧਾਂਤ ਦਾ ਕੀ ਫਾਇਦਾ ਹੋਇਆ ਫਿਰ? ਇਸ ਕਰਕੇ ਮੇਰੀ ਬੇਨਤੀ ਹੈ ਅਜਮੀਤ ਸਿੰਘ ਨੂੰ ਤੁਸੀਂ ਭੁੱਲ ਜਾਓ ਕਿ ਇਹ ਇਸ ਵਿੱਚ ਪਾਰਟਿਸਿਪੇਟ ਕਰੇਗਾ। ਪਾਰਟਿਸਿਪੇਟ ਉਦੋਂ ਕਰਾਂਗਾ ਜਦੋਂ ਝੋਲੀ ਚੁੱਕਾਂ ਤੋਂ ਤੁਸੀਂ ਸਾਈਡ ਤੇ ਹੋਵੋਗੇ, ਜਦੋਂ ਗੁਰੂ ਦੀ ਗੱਲ ਨੂੰ ਸਾਹਮਣੇ ਰੱਖੋਗੇ, ਉਦੋਂ ਅਜਮੀਤ ਸਿੰਘ ਤੁਹਾਡੇ ਸਾਹਮਣੇ ਖੜਾ ਹੋਏਗਾ। ਜੀ ਵੀਰ ਜੀ ਬਹੁਤ ਬਹੁਤ ਧੰਨਵਾਦ। ਤੇ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਤੋਂ ਵੀ ਜਾਣ ਲੈਂਦੇ ਆ ਕਿ DGPC ਦੀ ਇਲੈਕਸ਼ਨ ਹੈ ਹੁਣ। ਜਿਵੇਂ ਵੀਰ ਜੀ ਕਿਆ ਮੈਂ ਤੁਹਾਨੂੰ ਫੇਸ ਕਿ ਥੋੜੇ ਦਿਨਾਂ ਬਾਅਦ ਜਦੋਂ ਨੋਮੀਨੇਸ਼ਨ ਫਾਰਮ ਭਰੇ ਜਾਣਗੇ ਕਿਆ ਚਿਹਰਾ ਸਾਹਮਣੇ ਆ ਸਕਦਾ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦਾ? ਕਿਉਂਕਿ ਤੁਸੀਂ ਪੰਥ ਦਰਦੀ ਹੋ, ਆਵਾਜ਼ ਹਮੇਸ਼ਾ ਚੁੱਕਦੇ ਹੋ ਔਰ ਫੈਕਟ ਐਂਡ ਫਿਗਰਸ ਦੇ ਨਾਲ। ਦੇਖੋ ਰਮਨ ਜੀ, ਦਿਲ ਕਰਦਾ ਹੈ ਵੀ ਕੌਮ ਦੀ ਆਵਾਜ਼ ਨੂੰ ਅੱਗੇ ਪਹੁੰਚਾਉਣ ਦੇ ਲਈ ਕਿਤੇ ਅਸੀਂ ਵੀ ਆਈਏ, ਪਲੇਟਫਾਰਮ ਤੇ ਆਈਏ। ਲੇਕਿਨ ਪਿੱਛੇ ਸਾਲ ਡੇਢ ਸਾਲ ਤੋਂ ਜੰਮੂ ਦੇ ਵਿੱਚ ਜੋ ਅਸੀਂ ਪ੍ਰੈਸ ਕਾਨਫਰੰਸਾਂ ਦੇਖੀਆਂ, ਇੱਕ ਦੂਸਰੇ ਦੇ ਉੱਪਰ ਜੋ ਟੀਕਾ ਟਿੱਪਣੀ ਕੀਤੀ ਗਈ, ਕੀਚੜ ਉਛਾਲਿਆ ਗਿਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਦਿਲ ਕਰਦਾ ਨਹੀਂ ਅਸੀਂ ਸ਼ਾਇਦ ਬਾਹਰ ਰਹਿ ਕੇ ਕੋਈ ਜ਼ਿਆਦਾ ਕੌਮ ਦਾ ਭਲਾ ਕਰ ਸਕਦੇ ਹਾਂ। ਕਿਉਂਕਿ ਔਰ ਕਈ ਵਾਰੀ ਗੱਲਾਂ ਬੜੇ ਮੁੱਦੇ ਚੁੱਕੇ ਵੀ ਹਨ, ਥਰੂ RTI ਵੀ ਕਈ ਇਨਫੋਰਮੇਸ਼ਨ ਲਈਆਂ, ਉਹਨੂੰ ਠਿਕਾਣੇ ਤੱਕ ਪਹੁੰਚਾਈਆਂ ਵੀ, ਔਰ ਆਪਣੇ ਲੈਵਲ ਤੇ ਸਮਝਦੇ ਹਾਂ ਬਾਹਰ ਬੈਠ ਕੇ ਜ਼ਿਆਦਾ ਕਰ ਸਕਦੇ ਹਾਂ ਬਨਿਸਬਤ ਇੱਥੇ ਰਹਿ ਕੇ ਇਸ ਨਾਲ ਲਈਆਂ ਝਗੜਿਆਂ ਤੋਂ ਅਸੀਂ ਦੂਰ ਰਹੀਏ। ਮੈਂ ਇੱਕ ਵੋਟਰਸ ਦੇ ਅੱਗੇ, ਸੰਗਤ ਦੇ ਅੱਗੇ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗਾ। ਅਸੀਂ ਪਿੱਛੇ ਵੀ ਦੇਖਿਆ ਕਿ 15-20 ਸਾਲਾਂ ਦੇ ਵਿੱਚ ਸਿੱਖ ਕੌਮ ਬੜੀ ਭੋਲੀ ਭਾਲੀ ਕੌਮ ਹੈ। ਇਸ ਕੌਮ ਦੇ ਜਜ਼ਬਾਤਾਂ ਨੂੰ ਕਰਕੇ ਅਸੀਂ ਗੁਰੂ ਘਰਾਂ ਦੇ ਵਿੱਚ ਰੈਜ਼ੋਲੂਸ਼ਨ ਤੇ ਪੜ੍ਹ ਦਿੰਦੇ ਹਾਂ, ਲੋਕਾਂ ਕੋਲੋਂ ਜੈਕਾਰੇ ਵੀ ਲੈ ਲੈਂਦੇ ਹਾਂ। ਕਦੇ ਕਿਸੇ ਸ਼ਖਸ ਨੇ ਉਸ ਰੈਜ਼ੋਲੂਸ਼ਨ ਦੀ ਤਾਇਦ ਦੇ ਲਈ ਸਰਕਾਰ ਨੂੰ ਕੋਈ ਗੱਲ ਨਹੀਂ ਲਿਖੀ, ਕੋਈ ਚਿੱਠੀ ਨਹੀਂ ਲਿਖੀ। ਅਗਰ ਇੱਕ ਵਾਰੀ ਸਾਡੀਆਂ 10 ਡਿਮਾਂਡਾਂ ਸਨ, ਅਗਲੀ ਵਾਰੀ ਉਹੀ ਆ 10 ਦੀਆਂ 10 ਉੱਥੇ ਭੇਜ ਦੀਆਂ, ਨਵੀਆਂ 4 ਹੋੜ ਦਿੱਤੀਆਂ ਜਾਂ ਪੁਰਾਣੀਆਂ ਛੱਡ ਦਿੱਤੀਆਂ, ਨਵੀਆਂ ਹੋਰ ਲੈਤੀਆਂ। ਸੋ ਇਹ ਰੂਟੀਨ ਪਹਿਲੇ ਵੀ ਚੱਲਦੀ ਆਈ ਹੈ, ਕਦੇ ਦੁਬਾਰਾ ਐਸੀ ਵੀ ਨਾ ਹੋਏ। ਮੈਂ ਬੇਨਤੀ ਕਰਦਾ ਜੀ, ਕੋਈ ਧੜਾ ਨਾ ਦੇਖਿਓ, ਕੋਈ ਗਰੁੱਪ ਨਾ ਦੇਖਿਓ। ਹਾਂ, ਇੱਕ ਗੁਰਸਿੱਖ ਹੋਣਾ ਜ਼ਰੂਰੀ ਚਾਹੀਦਾ, 5 ਕਕਾਰਾਂ ਦਾ ਧਾਰਨੀ ਹੋਣਾ ਚਾਹੀਦਾ। ਉਹਦੇ ਇਲਾਵਾ ਕਿਉਂਕਿ ਇਹ ਸਾਡੀ ਇੱਕ ਮਿੰਨੀ ਪਾਰਲੀਮੈਂਟ ਹੈ, ਕਿਉਂਕਿ ਜਦ ਤੱਕ ਸਾਡੇ ਕੋਲ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦਗੀ ਨਹੀਂ ਹੈ ਨਾ, ਤੇ ਇਹ ਹੀ ਸਾਡੀ ਮਿੰਨੀ ਪਾਰਲੀਮੈਂਟ ਤੁਹਾਡਾ ਕੰਮ ਕਰਦੀ ਹੈ, ਸਿੱਖ ਨੁਮਾਇੰਦਗੀ ਤੁਹਾਨੂੰ ਦਿੰਦੀ ਹੈ ਸਰਕਾਰ ਦੇ ਅੱਗੇ। ਤੇ ਗੁਰਦੁਆਰੇ ਲੜਾਈ ਕਿਉਂ ਹੈ? ਲੜਾਈ ਵੀ ਸੀ ਕਰਕੇ ਕਿ ਅਸੀਂ ਨੁਮਾਇੰਦਾ ਬਣ ਕੇ ਕੌਮ ਲੱਗੇ ਜਾ ਕੇ ਸਰਕਾਰ ਦੇ ਅੱਗੇ ਗੱਲ ਕਰੀਏ, ਲੇਕਿਨ ਉੱਥੇ ਜਾ ਕੇ ਗੱਲ ਕੀ ਕੀਤੀ ਜਾਂਦੀ ਹੈ ਉਹਦਾ ਆਊਟਪੁੱਟ ਅਜੇ ਤੱਕ ਸਾਡੇ ਕੋਲ ਬਾਹਰ ਨਹੀਂ ਆਇਆ। ਸਿੱਖ ਕੌਮ ਦੀਆਂ ਜੋ ਡਿਮਾਂਡਾਂ, ਪੰਜਾਬੀ ਦੀ ਡਿਮਾਂਡ ਸੀ, ਪਬਲਿਕ ਸਰਵਿਸ ਕਮਿਸ਼ਨ ਦੀ ਡਿਮਾਂਡ ਸੀ, SRO 425 ਦੀ ਡਿਮਾਂਡ ਸੀ, 1989 ਦੇ ਰਾਈਟਸ ਦੇ ਲੋਕਾਂ ਦਾ ਕਲੇਮ ਦੀ ਗੱਲ ਸੀ, ਕੋਈ ਵੀ ਚੀਜ਼ ਇਹ ਗੱਲ ਅਜੇ ਤੱਕ ਸਾਡੀ ਨਹੀਂ ਕਿਸੇ ਨੇ ਮੰਨੀ। ਸੋ ਇਹ ਦੁੱਖ ਹੁੰਦਾ ਹੈ। ਆਓ, ਇਹ ਹੁਣ ਮੌਕਾ ਮਿਲਿਆ ਤੁਹਾਨੂੰ
ਸ਼ਾਇਦ ਅੱਗੋਂ ਦੁਬਾਰਾ ਇਹ ਮੌਕਾ ਸ਼ਾਇਦ 5 ਸਾਲ ਦਾ ਕੋਈ ਮਿਲਦਾ ਹੈ ਜਾਂ ਸ਼ਾਇਦ 10 ਸਾਲ ਵੀ ਲੰਘ ਜਾਂਦੇ ਹਨ, ਕਿਉਂਕਿ ਜਿਸ ਵਕਤ ਸੱਤਾ ਜਿਹਦੇ ਹੱਥ ਆਉਂਦੀ ਹੈ ਫਿਰ ਸਰਕਾਰ ਦੇ ਨਾਲ ਮਿਲ ਕੇ ਉਹਨੂੰ ਕੋਸ਼ਿਸ਼ ਕਰਦਾ ਵੀ ਅਸੀਂ ਇਹਨਾਂ ਕੁਰਸੀਆਂ ਨੂੰ ਛੱਡੀਏ ਨਾ, ਅਸੀਂ 5 ਸਾਲ ਦੀ ਜਗ੍ਹਾ 10 ਸਾਲ ਜਾਂ 15 ਸਾਲ ਚਲਾਉਣ ਦੀ ਕੋਸ਼ਿਸ਼ ਕਰੀਏ। ਸੋ ਕਿੰਨਾ ਕੋਲ ਸੱਤਾ ਆਉਂਦੀ ਹੈ, ਲੇਕਿਨ ਮੈਂ ਬੇਨਤੀ ਜ਼ਰੂਰ ਕਰਾਂਗਾ ਅੱਛੇ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ, ਵਿਜ਼ਨਰੀ ਲੋਕਾਂ ਨੂੰ, ਜਿਨ੍ਹਾਂ ਨੂੰ ਸਿੱਖ ਕੌਮ ਦੇ ਮੁੱਦਿਆਂ ਦੀ ਜਾਣਕਾਰੀ ਹੋਵੇ ਤਾਂ ਸਰਕਾਰ ਲਈ ਗੱਲ ਪਹੁੰਚਾ ਸਕਦੇ ਹੋ। ਉੱਥੇ ਬਹਿ ਕੇ ਖਾਲੀ ਰਬੜ ਸਟੈਂਪ ਬਣ ਕੇ ਇਹਨਾਂ ਮੈਂਬਰ 11 ਮੈਂਬਰਾਂ ਉਹ ਤੇ ਕੋਈ ਵੀ ਬੰਦਾ ਕੀ ਕਰ ਸਕਦਾ, ਲੇਕਿਨ ਅਗਰ ਤੁਹਾਡੇ ਕੋਲ, ਔਰ ਮੈਂ ਵੀ ਦੇਖਦਾ ਕਿ ਅਸੀਂ ਕਈ ਵਾਰੀ ਸਟੇਜਾਂ ਤੋਂ ਬੋਲਦੇ ਤੇ ਬਹੁਤ ਹਾਂ, ਲੇਕਿਨ ਸਿੰਸੀਅਰਟੀ ਦੇ ਨਾਲ ਸਾਨੂੰ ਕੋਲ ਸਿੱਖ ਕੌਮ ਦਾ ਦਰਦ ਨਹੀਂ ਹੁੰਦਾ। ਜਿਹਦੇ ਕੋਲ ਸਿੱਖ ਕੌਮ ਦਾ ਦਰਦ ਹੈ, ਸਮਝ ਲਓ ਭਈ ਇਹ ਕੌਮ ਦੀ ਆਵਾਜ਼ ਚੁੱਕ ਸਕਦਾ, ਐਸੇ ਬੰਦੇ ਨੂੰ ਅੱਗੇ ਲਿਆਇਓ ਉਹਦੇ 'ਚ ਕੋਈ ਵੀ ਹੋਵੇ। ਜੀ ਬਿਲਕੁਲ। ਮਤਲਬ ਅਖੀਰ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਕਿ ਜਦੋਂ ਚਮਕੌਰ ਦੀ ਜੰਗ ਹੋਈ ਸੀ ਤਾਂ ਗੁਰੂ ਸਾਹਿਬ ਆਪ ਉਹਨਾਂ ਥੱਕੇ ਹਾਰੇ ਸਿੱਖਾਂ ਨੂੰ ਜਿਹੜੇ ਜੰਗ ਲੜ ਕੇ ਵਾਪਸ ਚਮਕੌਰ ਦੀ ਗੜੀ ਨੂੰ ਪਰਤ ਰਹੇ ਸਨ, ਤੇ ਉਹਨਾਂ ਦੇ ਰਾਤ ਨੂੰ ਜਿਹੜੇ ਉਹਨਾਂ ਦੇ ਕੇਸ ਸੰਭਾਲਣੇ, ਉਹਨਾਂ ਦੀਆਂ ਦਸਤਾਰਾਂ ਵਾਪਸ ਰੱਖਣੀਆਂ, ਤੇ ਸੱਚੇ ਪਾਤਸ਼ਾਹ ਨੇ ਆਪਣੇ ਲਖਤੇ ਜਿਗਰ ਦੀਆਂ ਦਸਤਾਰਾਂ ਵੀ ਬਖੂਬੀ ਸੰਭਾਲੀਆਂ ਉਸ ਚਮਕੌਰ ਦੀ ਗੜੀ ਵਿੱਚ ਵੀ। ਇਹ ਦਸਤਾਰ ਬੜੀ ਬੇਸ਼ਕੀਮਤੀ ਹੈ, ਦੀ ਕੋਈ ਕੀਮਤ ਨਹੀਂ, ਦਾ ਕੋਈ ਮੁੱਲ ਨਹੀਂ ਹੈ। ਇਸ ਕਰਕੇ DGPC ਦੇ ਆਉਣ ਵਾਲੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਹ ਗੁਰੂ ਦੀ ਦਸਤਾਰ ਹੈ, ਇਸ ਨੂੰ ਉਛਾਲਣ ਦੀ ਕੋਸ਼ਿਸ਼ ਨਾ ਕਰਿਓ, ਇਸ ਨੂੰ ਹਮੇਸ਼ਾ ਸੰਭਾਲ ਕੇ ਰੱਖਿਓ, ਹਮੇਸ਼ਾ ਰੋਜ਼ ਸਵੇਰੇ ਚੁੰਮ ਕੇ ਰੱਖਿਓ। ਇਹ ਦਸਤਾਰ ਹੈ ਤੇ ਸਰਦਾਰ ਹੈ। ਇਸ ਕਰਕੇ ਮੇਰੀ ਬੇਨਤੀ ਹੈ ਆਪਸ 'ਚ ਲੜਾਈ ਝਗੜਾ ਨਾ ਕਰਿਓ, ਜਿੱਥੇ ਸਹਿਮਤੀ ਬਣਦੀ ਹੈ ਉੱਥੋਂ ਗੁਰੂ ਕੇ ਪਿਆਰੇ ਸਹਿਮਤੀ ਬਣਾਓ। ਆਪਾਂ ਰਹਿਣਾ ਔਰ ਕਿੰਨੀ ਕੁ ਜ਼ਿੰਦਗੀ ਹੈ, 70-80 ਸਾਲ 90 ਸਾਲ ਇੰਨੀ ਹੀ ਜ਼ਿੰਦਗੀ ਹੈ, ਪਰ ਜਿਹੜੀ ਅਸਲ ਰੂਹ ਸਾਨੂੰ ਗੁਰੂ ਸਾਹਿਬ ਨੇ ਸਾਡੇ ਸਰੀਰ ਵਿੱਚ ਪਾ ਕੇ ਭੇਜੀ ਹੈ, ਉਹ ਸਮਝ ਲਓ ਕਿ ਉਹਨਾਂ ਸ਼ਹੀਦਾਂ ਦੀ ਰੂਹ ਹੈ ਜਿਨ੍ਹਾਂ ਸ਼ਹੀਦਾਂ ਨੇ ਆਪਣੀ ਦਸਤਾਰ ਨੂੰ ਕਾਇਮ ਰੱਖਿਆ। ਭਾਈ ਤਾਰੂ ਸਿੰਘ ਨੇ ਆਪਣੇ ਕੇਸ ਨਹੀਂ ਸੀ ਉਤਰਨ ਦਿੱਤੇ, ਖੋਪੜ ਉਤਰਾ ਲਿਆ ਸੀ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਇਸ ਦਸਤਾਰ ਨੂੰ ਹਮੇਸ਼ਾ ਚਮਕਦਾ ਰੱਖਿਓ, ਇਹ ਆਪਸ ਵਿੱਚ ਗੁੱਤਮ ਗੁੱਤਾ ਹੋ ਕੇ ਨਾ ਲੜਿਓ, ਆਪਣੀ ਸਿੱਖੀ ਨੂੰ ਦਾਗ ਨਾ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਕੀ ਤੁਸੀਂ ਅਖੀਰ ਦੇ ਵਿੱਚ ਔਰ ਅੱਜ ਦੀ ਇਹ ਲਾਈਵ ਡਿਬੇਟ ਆ, ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਅੱਗੋਂ ਤੁਸੀਂ ਵੀ ਜੋ ਕੈਂਡੀਡੇਟ ਕੰਟੈਸਟ ਕਰ ਰਹੇ ਨਾ, ਉਹਨਾਂ ਨੂੰ ਲਿਆ ਕੇ ਇਸ ਤਰ੍ਹਾਂ ਹਰ ਜਗ੍ਹਾ ਤੇ ਕਰਕੇ ਉਹਨਾਂ ਕੋਲੋਂ ਸਵਾਲ ਜਵਾਬ ਪੁੱਛਿਆ ਕਰੋ ਕਿ ਤੁਹਾਡੇ ਕੋਲ ਕੀ ਵਿਜ਼ਨ ਹੈ, ਕਿ ਤੁਹਾਡੇ ਕੋਲ ਕੌਮ ਦੇ ਲਈ ਕੀ ਵਿਜ਼ਨ ਹੈ, ਕਿਸ ਵਿਜ਼ਨ ਤੇ ਉੱਪਰ ਕੰਮ ਕਰੋਗੇ। ਅਗਰ ਤੁਹਾਨੂੰ ਮੌਕਾ ਮਿਲਦਾ ਐਸੀਆਂ ਚੀਜ਼ਾਂ ਲਾਈਵ ਲਿਆ ਕੇ ਦੱਸਿਆ ਕਰੋ ਲੋਕਾਂ ਨੂੰ, ਤਾਂ ਕਿ ਹਰ ਕੈਂਡੀਡੇਟ ਜਿਹੜਾ ਖੜਾ ਹੋਇਆ ਨਾ 5-5 10-10 ਮਿੰਟ ਟਾਈਮ ਸਾਰਿਆਂ ਨੂੰ ਦੇ ਦਿਓ, ਤਾਂ ਉਹਦੀ ਉੱਥੇ ਹੀ ਪਤਾ ਚੱਲ ਜਾਏਗਾ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਨਾ, ਉਹ ਓਪਨ ਡਿਬੇਟ ਕਰਦੇ ਹਨ, ਸਾਰੇ ਲਾਈਵ ਡਿਬੇਟਾਂ ਕਰਦੇ ਹਨ, ਲੋਕ ਸਵਾਲ ਕਰਦੇ ਹਨ, ਉਹ ਜਵਾਬ ਦਿੰਦੇ ਹਨ, ਉੱਥੋਂ ਪਤਾ ਲੱਗਦਾ ਇਸ ਬੰਦੇ ਦਾ ਕੈਲੀਬਰ ਕਿੰਨਾ ਹੈ, ਕਿ ਇਹ ਕੌਮ ਦੀ ਨੁਮਾਇੰਦਗੀ ਕਰ ਸਕਦਾ ਨਹੀਂ ਕਰ ਸਕਦਾ। ਸੋ ਲਾਈਵ ਡਿਬੇਟ ਦੇ ਵਿੱਚ ਐਸੀਆਂ ਇੰਟਰੈਕਸ਼ਨ ਜ਼ਰੂਰ ਕਰਾਈਏ। ਔਰ ਇੱਕ ਮੈਂ ਬੇਨਤੀ ਪ੍ਰਬੰਧਕਾਂ ਅੱਗੇ ਹੋਰ ਕਰਾਂਗਾ, ਅਸੀਂ ਹਮੇਸ਼ਾ ਇੱਜ਼ਤ ਨੂੰ ਸਤਿਕਾਰ ਦੇ ਔਰ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਹਿੰਦੇ ਹਾਂ। ਭਾਈ ਗੁਰੂ ਮਹਾਰਾਜ ਨੇ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ, ਮਾਂ ਨੂੰ ਪਹਿਲਾ ਦਰਜਾ ਦਿੱਤਾ ਹੈ। ਸੋ ਅਗਰ ਅਸੀਂ ਬਾਕੀ ਕੌਮ ਦੇ ਲੋਕਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਕੌਮ ਨੂੰ ਨੁਮਾਇੰਦਗੀ, ਸਿੱਖ ਕੌਮ ਔਰਤਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦਿੱਤੀ, ਇਸ ਵਾਰੀ ਵੀ ਮੈਂ ਚਾਹਾਂਗਾ ਕਿ DGPC ਦੇ ਹਰ ਡਿਸਟ੍ਰਿਕਟ 11 ਮੈਂਬਰ ਹਨ, ਉਹਦੇ 'ਚ ਕਮ ਸੇ ਕਮ 1-1 2-2 ਅਸੀਂ ਰਾਖਵੀਆਂ ਸੀਟਾਂ ਰੱਖੀਏ, ਜਿਨ੍ਹਾਂ 'ਚ ਸਾਡੀਆਂ ਬੱਚੀਆਂ ਭੈਣਾਂ, ਸਾਡੀਆਂ ਲੜਕੇ ਉਹ ਵੀ ਅੱਗੇ ਆਉਣ, ਤਾਂ ਕਿ ਉਹਨਾਂ ਨੂੰ ਵੀ ਲੱਗੇ ਭਾਈ ਅਸੀਂ ਕੌਮ ਦੇ, ਅਸੀਂ ਵਾਰਸ ਹਾਂ, ਸਿੱਖ ਕੌਮ ਦੇ ਅਸੀਂ ਵਾਰਸ ਹਾਂ, ਔਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜ਼ਰੂਰ। ਵੂਮਨਸ ਨੂੰ ਵੀ, ਲੇਡੀਜ਼ ਨੂੰ ਵੀ ਅੱਗੇ ਆਉਣ ਲਿਆਉਣ ਦੀ ਬੜੀ ਸਖਤ ਜ਼ਰੂਰ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਹਾਡਾ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ, ਤੇ ਨਾਲ ਹੀ ਜਿੱਦਾਂ ਵੀਰ ਜੀ ਉਹਨਾਂ ਨੇ ਅਖੀਰ ਦੇ ਵਿੱਚ ਗੱਲ ਕਹੀ ਹੈ ਕਿ ਆਪ ਦਾ ਵਿਜ਼ਨ ਰੱਖਿਓ, ਕਿਉਂਕਿ ਨਾ ਬਹੁਤ ਵਾਰੀ ਇਹ ਚੀਜ਼ ਵੇਖੀ ਹੈ, ਬਹੁਤ ਸਾਰੇ ਲੋਕ ਨੁਮਾਇੰਦਿਆਂ ਦੇ ਨਾਲ ਜਾਂ ਲੋਕਾਂ ਦੇ ਨਾਲ ਇੰਟੈਲੈਕਚੁਅਲ ਫੇਸਿਸ ਨੇ ਜਿਹੜੇ, ਉਹਨਾਂ ਦੇ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਲੇਕਿਨ ਨਾ ਹਮੇਸ਼ਾ ਆਪ ਦਾ ਵਿਜ਼ਨ ਰੱਖਣ ਦੀ ਬਜਾਏ ਨਾ ਹਰ ਇੱਕ ਇਨਸਾਨ ਕਹਿੰਦਾ ਖਣੀ ਮੈਂ ਆਪ ਜ਼ਿਆਦਾ ਵਧੀਆ ਉਦੋਂ ਬਣ ਜਾਊਗਾ ਜਦੋਂ ਮੈਂ ਦੂਜੇ ਨੂੰ ਮਾੜਾ ਦੱਸ ਦੂੰਗਾ। ਐਸਾ ਨਹੀਂ ਹੁੰਦਾ। ਲੋਕ ਇਹ ਚਾਹੁੰਦੇ ਨੇ ਜੇਕਰ ਦੂਜਾ ਮਾੜਾ, ਉਹ ਤਾਂ ਚਲੋ ਉਹਨੇ ਦੱਸ ਹੀ ਦਿੱਤਾ ਮੈਂ ਮਾੜਾ, ਉਹਨੂੰ ਤਾਂ ਪਤਾ ਲੱਗ ਹੀ ਗਿਆ, ਉਹਨੂੰ ਅਗਲੀ ਵਾਰੀ ਚਾਂਸ ਨਹੀਂ ਮਿਲੇਗਾ, ਲੇਕਿਨ ਤੁਸੀਂ ਚੰਗੇ ਹੋ ਇਹ ਆ ਕੇ ਜ਼ਰੂਰ ਦੱਸੋ, ਆਪਾਂ ਤੁਹਾਡੇ ਉਹ ਵਿਚਾਰਾਂ ਨੂੰ ਅੱਗੇ ਜ਼ਰੂਰ ਰੱਖਾਂਗੇ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਬਲਵਿੰਦਰ ਸਿੰਘ ਜੀ RTI ਐਕਟਿਵਿਸਟ ਨੇ ਜਿਹੜੇ, ਤੇ ਵੀਰ ਅਜਮੀਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ, ਤੇ ਆਪਦੀ ਰਾਏ ਆ ਜਿਹੜੀ ਜ਼ਰੂਰ ਰੱਖਿਆ ਕਰੋ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।